ਬਿਆਸ ਵਿੱਚ ਹਾਲਾਤ ਅਜੇ ਵੀ ਤਣਾਅਪੂਰਨ। ਭਾਰੀ ਗਿਣਤੀ ਦੇ ਵਿੱਚ ਪੁਲਿਸ ਤੈਨਾਤ। ਦੇਰ ਰਾਤ ਡੀਜੀਪੀ ਨੇ ਲਿਆ ਹਾਲਾਤ ਦਾ ਜਾਇਜ਼ਾ। ਕੱਲ ਡੇਰਾ ਬਿਆਸ ਦੇ ਪੈਰੋਕਾਰਾਂ ਅਤੇ ਨਿਹੰਗਾਂ ਦੇ ਵਿਚਾਲੇ ਹੋਈ ਸੀ ਖੂਨੀ ਝੜਪ। ਮੋਹਾਲੀ ਵਿੱਚ 50 ਫੁੱਟ ਦੀ ਉਚਾਈ ਤੋਂ ਡਿੱਗਿਆ ਝੂਲਾ। ਬੱਚਿਆਂ ਸਣੇ ਤਕਰੀਬਨ 20 ਲੋਕ ਜ਼ਖਮੀ, ਕਈਆਂ ਨੂੰ ਗੰਭੀਰ ਸੱਟਾਂ। ਪ੍ਰਸ਼ਾਸਨ ਨੇ ਦਿੱਤੇ ਜਾਂਚ ਦੇ ਹੁਕਮ। ਕੈਨੇਡਾ ਦੇ ਸਸਕੈਚਵੈਨ ਸ਼ਹਿਰ ਦੇ ਵਿੱਚ 10 ਲੋਕਾਂ ਦਾ ਚਾਕੂ ਮਾਰ ਕੇ ਕਤਲ। 15 ਤੋਂ ਵੱਧ ਲੋਕ ਗੰਭੀਰ ਜ਼ਖਮੀ। ਕਾਰ ਦੇ ਵਿੱਚ ਘੁੰਮ ਰਹੇ 2 ਸ਼ੱਕੀਆਂ ਦੀ ਪੁਲਿਸ ਨੇ ਕੀਤੀ ਪਛਾਣ। ਥੋੜੀ ਦੇਰ ਦੇ ਵਿੱਚ ਸ਼ੁਰੂ ਹੋਵੇਗੀ ਪੰਜਾਬ ਕੈਬਨਿਟ ਦੀ ਅਹਿਮ ਬੈਠਕ। 9200 ਅਧਿਆਪਕਾਂ ਨੂੰ ਰੈਗੂਲਰ ਕਰਨ ਤੇ ਮੋਹਰ ਲਗਾ ਸਕਦੀ ਹੈ ਸਰਕਾਰ। ਹੋਰ ਕੱਚੇ ਮੁਲਾਜ਼ਮਾਂ ਨੂੰ ਵੀ ਪੱਕਾ ਕਰਨ ਤੇ ਲੱਗ ਸਕਦੀ ਹੈ ਮੋਹਰ। ਅਨੰਦਪੁਰ ਸਾਹਿਬ ਦੇ ਵਿੱਚ ਬਿਸ਼ਪ ਨੇ ਜਥੇਦਾਰ ਦੇ ਨਾਲ ਕੀਤੀ ਮੀਟਿੰਗ। ਕਿਹਾ ਈਸਾਈ ਧਰਮ ਨੂੰ ਬਦਨਾਮ ਕਰ ਰਹੇ ਅਖੌਤੀ ਪਾਸਟਰ। ਜਥੇਦਾਰ ਬੋਲੇ ਸਿੱਖਾਂ ਦੇ ਪਹਿਰਾਵੇ ਵਿੱਚ ਹੋ ਰਹੀ ਵੱਡੀ ਸਾਜ਼ਿਸ਼। ਕੇਂਦਰ ਨੂੰ ਤੁਰੰਤ ਰੋਕਣ ਦੀ ਕੀਤੀ ਅਪੀਲ। ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਜ਼ਮਾਨਤ ਤੇ ਆ ਜਾ ਸਕਦਾ ਹੈ ਫੈਸਲਾ। ਜੰਗਲਾਤ ਘੁਟਾਲੇ ਦੇ ਵਿੱਚ ਗ੍ਰਿਫਤਾਰ ਨੇ ਧਰਮਸੋਤ। ਗਿਲਜੀਆਂ ਦੇ ਭਤੀਜੇ ਦੀ ਜ਼ਮਾਨਤ ਤੇ ਵੀ ਅੱਜ ਹੀ ਫੈਸਲਾ ਮੁਮਕਿਨ। ਪੀਜੀਆਈ ਦੇ ਵਿੱਚ ਦਾਖਲ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਹਾਲਤ ਸਥਿਰ। ਸੀਨੀਅਰ ਡਾਕਟਰਾਂ ਦੀ ਨਿਗਰਾਨੀ ਦੇ ਵਿੱਚ ਇਲਾਜ ਜਾਰੀ। ਬੁਖਾਰ ਅਤੇ ਸਾਹ ਲੈਣ ਦੇ ਵਿੱਚ ਦਿੱਕਤ ਤੋਂ ਬਾਅਦ ਕਰਾਇਆ ਗਿਆ ਸੀ ਦਾਖਲ। ਸੋਨਾਲੀ ਫੋਗਾਟ ਮੌਤ ਮਾਮਲੇ ਵਿੱਚ ਗੋਆ ਤੋਂ ਲੈ ਕੇ ਗੁਰੂਗ੍ਰਾਮ ਤੱਕ ਪੁਲਿਸ ਦਾ ਐਕਸ਼ਨ। ਗੋਆ ਪੁਲਿਸ ਨੇ ਗੁਰੂਗ੍ਰਾਮ ਵਾਲੇ ਫਲੈਟ ਦਾ ਹਰ ਨੁੱਕਰ ਖੰਗਾਲਿਆ। ਗਹਿਣਿਆਂ ਸਣੇ ਕਈ ਚੀਜ਼ਾਂ ਬਰਾਮਦ। ਪਾਰਕਿੰਗ ਦੇ ਵਿੱਚ ਖੜੀ ਕਾਰ ਦੀ ਵੀ ਲਈ ਤਲਾਸ਼ੀ। ਮੋਗਾ ਵਿੱਚ ਮਹਿਲਾ ਸਰਪੰਚ ਦੇ ਘਰ ਤੇ ਅਣਪਛਾਤਿਆਂ ਨੇ ਕੀਤੀ ਫਾਇਰਿੰਗ। ਸਰਪੰਚ ਦੇ ਦਿਓਰ ਨੂੰ ਆਏ ਸੀ ਧਮਕੀ ਭਰੇ ਫੋਨ। ਗੈਂਗਸਟਰ ਅਰਸ਼ ਡੱਲਾ ਦੇ ਨਾਮ ਤੇ ਮੰਗੀ ਗਈ ਸੀ 25 ਲੱਖ ਦੀ ਰੰਗਦਾਰੀ। ਬਹੁਚਰਚਿਤ ਲਵਪ੍ਰੀਤ ਖੁਦਕੁਸ਼ੀ ਮਾਮਲੇ ਵਿੱਚ ਵੱਡੀ ਕਾਰਵਾਈ। ਬਰਨਾਲਾ ਪੁਲਿਸ ਨੇ ਲਵਪ੍ਰੀਤ ਦੀ ਪਤਨੀ ਬੇਅੰਤ ਕੌਰ ਦੀ ਮਾਂ ਨੂੰ ਕੀਤਾ ਗ੍ਰਿਫਤਾਰ। ਜਾਂਚ ਦੇ ਵਿੱਚ ਮਾਂ ਨਿਕਲੀ ਕਸੂਰਵਾਰ। ਦਿੱਲੀ ਦੇ ਸਬ ਇੰਸਪੈਕਟਰ ਨੇ ਬਜ਼ੁਰਗ ਸਹੁਰੇ ਦੇ ਨਾਲ ਕੀਤੀ ਕੁੱਟਮਾਰ। ਇੱਕ ਤੋਂ ਬਾਅਦ ਇੱਕ ਜੜੇ ਕਈ ਥੱਪੜ। ਸੱਸ ਸਹੁਰੇ ਨਾਲ ਨੂੰਹ ਦਾ ਚੱਲ ਰਿਹਾ ਵਿਵਾਦ। ਅੱਜ ਅਧਿਆਪਕ ਦਿਵਸ ਮੌਕੇ ਪੰਜਾਬ ਸਰਕਾਰ 74 ਅਧਿਆਪਕਾਂ ਦਾ ਕਰੇਗੀ ਸਨਮਾਨ। ਵਿਰਾਸਤ ਖਾਲਸਾ ਦੇ ਵਿੱਚ ਸੀਐਮ ਮਾਨ ਭੇਟ ਕਰਨਗੇ ਸਨਮਾਨ ਚ। न्यूज़ 18 पंजाब हरियाणा वेख रहे दर्शकों का स्वागत है। मैं हां गगनदीप चौहान। इस वेले बुलेटिन की शुरुआत अहम खबर के नाल। ब्यास दे विच झड़प तो बाद हालात अजे भी तनावपूर्ण बने हुए ने। वड्डी गिणती दे विच पुलिस इत्थे तैनात की गई है। देर रात डीजीपी ने पहुंच के पूरे हालात का जायजा लिया ते डेरा ब्यास के पैरोकारा ते निहंगा दे विचाले झड़प हुई सी। ब्यास दे विच हालात अजे भी तनावपूर्ण ने। देर रात डीजीपी पहुंचे सीगे इत्थे, जायजा लिया पूरे हालात का। और डेरा ब्यास के पैरोकारा ते निहंगा दे विचाले बीते दिन झड़प हुई सीगी। गावां चराण नूं लैके झगड़ा जिहड़ा हैगा वो शुरू होया सीगा। उस दी तस्वीरां असीं लगातार तुहानूं दिखा रहे हैं। लगातार अपडेट भी उस मामले नूं दे रहे हैं ते दोहां धिरां ने हवाई फायरिंग कीती सीगी। एसएसपी ने खुद इस गल दी तस्दीक कीती सी। 3 तस्वीरां तुहानूं दिखा रहे हैं इस वेले। ब्यास दे विच तणाव जिहड़ा हैगा वो बरकरार है। वड्डी गिणती दे विच पुलिस तैनात की गई है और कल जिहड़ा हैगा झड़प होई सीगी इत्थे। कल हवाई फायरिंग दोवें धिरां दे वल्लों ਕੀਤੀ ਗਈ ਸੀਗੀ। ਜ਼ਖਮੀਆਂ ਦਾ ਇਲਾਜ ਜਿਹੜਾ ਹੈਗਾ ਬਾਅਦ ਵਿੱਚ ਹਸਪਤਾਲ ਦੇ ਵਿੱਚ ਕੀਤਾ ਗਿਆ। ਨਿਹੰਗ ਸਿੰਘ ਜਿਹੜੇ ਸੀਗੇ ਉਹਨਾਂ ਦਾ ਪ੍ਰਤੀਕਰਮ ਜਿਹੜਾ ਸੀਗਾ ਰਾਤ ਵੇਲੇ ਤੱਕ ਸਾਹਮਣੇ ਆਇਆ ਸੀ। ਉਹਨਾਂ ਨੇ ਕਿਹਾ ਸੀਗਾ ਕਿ ਗਾਵਾਂ ਚਰਾਣ ਨੂੰ ਲੈ ਕੇ ਗਾਵਾਂ ਨੂੰ ਅਸੀਂ ਲੈ ਕੇ ਜਾ ਰਹੇ ਸੀਗੇ। ਉਦੋਂ ਜਿਹੜਾ ਹੈਗਾ ਝਗੜਾ ਸ਼ੁਰੂ ਹੋਇਆ ਤੇ ਅਸੀਂ ਆਪਣੀ ਗਾਵਾਂ ਨੂੰ ਲੈ ਕੇ ਜਿਹੜਾ ਉਹਨਾਂ ਦੀ ਥਾਂ ਸੀਗੀ ਉੱਥੇ ਤੱਕ ਪਹੁੰਚ ਗਏ। ਔਰ ਉਹਨਾਂ ਦਾ ਇਲਜ਼ਾਮ ਇਹ ਸੀਗਾ ਕਿ ਡੇਰੇ ਦੇ ਹਮਾਇਤੀਆਂ ਨੇ ਫਿਰ ਉਹਨਾਂ ਦੇ ਉੱਤੇ ਅਟੈਕ ਕਰ ਦਿੱਤਾ। ਹਾਲਾਂਕਿ ਪੁਲਿਸ ਜਾਂਚ ਜਿਹੜੀ ਹੈਗੀ ਹਜੇ ਇਸ ਪੂਰੇ ਮਾਮਲੇ 'ਚ ਚੱਲ ਰਹੀ ਹੈ। ਦੋਹਾਂ ਧਿਰਾਂ ਦੇ ਨਾਲ ਪੁਲਿਸ ਅਧਿਕਾਰੀ ਜਿਹੜੇ ਸੀਗੇ ਉਹਨਾਂ ਨੇ ਕਿਹਾ ਕਿ ਅਸੀਂ ਮੀਟਿੰਗ ਕਰਾਂਗੇ, ਮਿਲਾਂਗੇ, ਜਾ ਕੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਤੇ ਸੈਂਕੜੇ ਦੀ ਤਾਦਾਦ ਦੇ ਵਿੱਚ ਬੀਤੇ ਦਿਨ ਜਿਹੜਾ ਹੈਗਾ ਦੋਵੇਂ ਗੁੱਟਾਂ ਦੇ ਨਾਲ ਜੁੜੇ ਹੋਏ ਲੋਕ ਜਿਹੜੇ ਸੀਗੇ ਭਿੜੇ। 2 ਵਾਰ ਪੁਲਿਸ ਨੂੰ ਲਾਠੀ ਚਾਰਜ ਵੀ ਕਰਨਾ ਪਿਆ ਤੇ ਬਾਅਦ ਵਿੱਚ ਪੁਲਿਸ ਨੇ ਕਈ ਘੰਟਿਆਂ ਤੱਕ ਇਲਾਕਾ ਸੀਲ ਵੀ ਰੱਖਿਆ। ਮੇਰੇ ਸਹਿਯੋਗੀ ਰਾਜੀਵ ਇਸ ਵੇਲੇ ਮੇਰੇ ਨਾਲ ਜੁੜ ਰਹੇ ਨੇ ਔਰ ਰਾਜੀਵ ਜਿਸ ਥਾਂ ਤੇ ਖੜੇ ਨੇ ਉਹੀ ਥਾਂ ਹੈ ਜਿੱਥੇ ਕੱਲ ਇਹ ਪੂਰਾ ਘਟਨਾਕ੍ਰਮ ਹੋਇਆ ਹੈ। ਰਾਜੀਵ ਤੁਸੀਂ ਮੌਕੇ ਤੇ ਮੌਜੂਦ ਹੋ। ਇਸ ਵੇਲੇ ਕੀ ਸਿਚੁਏਸ਼ਨ ਨਜ਼ਰ ਆ ਰਹੀ ਹੈ? ਟ੍ਰੈਫਿਕ ਤਾਂ ਅਸੀਂ ਦੇਖ ਰਹੇ ਹਾਂ ਕਿ ਰੂਟੀਨ ਵਿੱਚ ਚੱਲ ਰਿਹਾ ਹੈ ਪਰ ਆਲੇ ਦੁਆਲੇ ਖੜੀਆਂ ਗੱਡੀਆਂ ਕੁਝ ਸੁਨੇਹਾ ਤਾਂ ਇਹ ਦੇ ਰਹੀਆਂ ਨੇ ਕਿ ਤਣਾਅ ਤਾਂ ਘਟਿਆ ਨਹੀਂ ਹੈਗਾ ਹਜੇ ਵੀ। जी बिल्कुल गगन, इस वेले मैं उस जगह पर मौजूद हाँ जिथे कल पूरा एक घटनाक्रम वापरिया सी। तो इस वेले तुसीं देख सकते कि नैशनल हाईवे है तो ब्यास जिथे डेरा उसके ठीक
ਸਾਹਮਣੇ ਜਿਹੜੀ ਰੋਡ ਨਿਕਲਦੀ ਹੈ ਉੱਥੇ ਤੁਸੀਂ ਦੇਖ ਸਕਦੇ ਕਿ ਇਸ ਵੇਲੇ ਜੋ ਪੁਲਿਸ ਹੈ ਉਸ ਨੂੰ ਤੈਨਾਤ ਕੀਤਾ ਗਿਆ ਔਰ ਕੱਲ ਰਾਤ ਹੀ ਜਿਹੜੀ ਵਾਧੂ ਫੋਰਸ ਹੈ ਉਸ ਨੂੰ ਇੱਥੇ ਬੁਲਾ ਲਿਆ ਗਿਆ ਸੀ ਕਿਉਂਕਿ ਭਾਵੇਂ ਪੰਜਾਬ ਦੇ ਜਿਹੜੇ ਡੀਜੀਪੀ ਨੇ ਗੌਰਵ ਯਾਦਵ ਉਹ ਖੁਦ ਰਾਤ 11 ਵਜੇ ਦੇ ਕਰੀਬ ਇੱਥੇ ਪਹੁੰਚਦੇ ਨੇ ਉੱਥੋਂ ਉਹਨਾਂ ਵੱਲੋਂ ਇਹ ਗੱਲ ਕਹੀ ਜਾਂਦੀ ਹੈ ਕਿ ਇੱਕ ਇਹ ਸੋ ਰਾਜੀਵ ਦਿਖਾ ਰਹੇ ਸੀ ਕਿ ਤਸਵੀਰਾਂ ਔਰ ਤਸਵੀਰਾਂ ਲਗਾਤਾਰ ਅਸੀਂ ਦਿਖਾ ਰਹੇ ਆ ਅਪਡੇਟ ਜਿਹੜਾ ਹੈਗਾ ਲਗਾਤਾਰ ਦੇ ਰਹੇ ਰਾਜੀਵ ਦੱਸ ਰਹੇ ਸੀਗੇ ਕਿ ਡੀਜੀਪੀ ਖੁਦ ਇੱਥੇ ਪਹੁੰਚੇ ਨੇ ਗੌਰਵ ਯਾਦਵ ਇੱਥੇ ਪਹੁੰਚੇ ਸੀਗੇ ਪੁਲਿਸ ਵੱਡੀ ਗਿਣਤੀ ਤੈਨਾਤ ਕਰਤੀ ਗਈ ਹੈ ਰਾਜੀਵ ਮੁੜ ਤੁਹਾਡੇ ਕੋਲ ਆਨੇ ਆ ਓਵਰ ਟੂ ਯੂ ਕੰਟੀਨਿਊ ਜੀ ਬਿਲਕੁਲ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਨੈਸ਼ਨਲ ਹਾਈਵੇ ਆ ਬਿਆਸ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਤਾਦਾਦ ਦੇ ਵਿੱਚ ਪੁਲਿਸ ਕਰਮੀ ਤੈਨਾਤ ਕੀਤੇ ਗਏ ਨੇ ਰਾਤ ਤੋਂ ਹੀ ਜਿਹੜੀ ਫੋਰਸ ਹੈ ਉਹ ਇੱਥੇ ਬੁਲਾ ਲਈ ਗਈ ਸੀ ਅੰਮ੍ਰਿਤਸਰ ਤੋਂ ਇਲਾਵਾ ਹੋਰ ਜ਼ਿਲ੍ਹਿਆਂ ਦੀ ਜਿਹੜੀ ਪੁਲਿਸ ਹੈ ਉਸ ਨੂੰ ਵੀ ਇੱਥੇ ਬੁਲਾਇਆ ਗਿਆ ਕਿਉਂਕਿ ਕਿਸੇ ਤਰ੍ਹਾਂ ਦੀ ਦੁਬਾਰਾ ਜਿਹੜੀ ਝੜਪ ਹੈ ਜਾਂ ਵੈਸੀ ਜਿਹੜੀ ਸਥਿਤੀ ਹੈ ਉਹ ਨਾ ਬਣੇ ਹਾਲਾਂਕਿ ਸਭ ਕੁਝ ਕੰਟਰੋਲ ਦੇ ਵਿੱਚ ਹੈ ਕੁਝ ਦੇਰ ਪਹਿਲਾਂ ਜਿਹੜੇ ਐਸਐਸਪੀ ਨੇ ਸਵਪਨ ਸ਼ਰਮਾ ਉਹ ਵੀ ਇੱਥੇ ਪਹੁੰਚੇ ਸੀ ਔਰ ਕੁਝ ਦੇਰ ਬਾਅਦ ਉਹਨਾਂ ਦੇ ਨਾਲ ਅਸੀਂ ਗੱਲਬਾਤ ਵੀ ਕਰਾਂਗੇ ਕਿ ਆਖਿਰਕਾਰ ਹੁਣ ਤੱਕ ਕੀ ਕਾਰਵਾਈ ਪੁਲਿਸ ਵੱਲੋਂ ਕੀਤੀ ਗਈ ਪਰ ਫਿਲਹਾਲ ਤੁਸੀਂ ਦੇਖ ਸਕਦੇ ਹੋ ਕਿ ਸਵੇਰ ਤੋਂ ਜਿਹੜੀ ਹੋਰ ਜ਼ਿਲ੍ਹਿਆਂ ਤੋਂ ਪੁਲਿਸ ਇੱਥੇ ਪਹੁੰਚੀ ਆ ਉਹਨਾਂ ਦੇ ਇੱਥੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਦੂਸਰੇ ਪਾਸੇ ਰਾਤ ਤੋਂ ਹੀ ਪੁਲਿਸ ਫੋਰਸ ਜੋ ਹੈ ਉਹ ਇਸ ਸੜਕ ਦੇ ਉੱਪਰ ਤੈਨਾਤ ਸੀ ਤੁਸੀਂ ਦੇਖੋ ਚਾਹੇ ਉਹ ਵਾਟਰ ਕੈਨਨ ਹੋਣ ਜਾਂ ਫਿਰ ਜਿਹੜੀ ਐਂਟੀ ਰॉयट ਵਹੀਕਲਸ ਨੇ ਉਹਨਾਂ ਨੂੰ ਵੀ ਇੱਥੇ ਬੁਲਾਇਆ ਗਿਆ ਹਾਲਾਂਕਿ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਦੇ ਵਿੱਚ ਹੈ ਪਰ ਫਿਰ ਵੀ ਜੇਕਰ ਅਚਾਨਕ ਕੋਈ ਐਸੀ ਸਥਿਤੀ ਬਣਦੀ ਹੈ ਲੋਕ ਇਕੱਠੇ ਹੁੰਦੇ ਨੇ ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਕਾਬੂ ਕਰਨ ਦੇ ਲਈ ਤਿਆਰੀ ਪੁਲਿਸ ਵੱਲੋਂ ਪੂਰੀ ਕਰ ਲਈ ਗਈ ਹੈ ਤਾਂ ਹੁਣ ਮੈਂ ਉਹ ਤਸਵੀਰ ਵੀ ਦਿਖਾਉਣ ਦੀ ਕੋਸ਼ਿਸ਼ ਕਰਦਾ ਜਿੱਥੇ ਇਸ ਵੇਲੇ ਪੁਲਿਸ ਦੀਆਂ ਬੱਸਾਂ ਨਜ਼ਰ ਆ ਰਹੀਆਂ ਨੇ ਇੱਥੇ ਇੱਕ ਗੇਟ ਸੀ ਜਿੱਥੋਂ ਜਿਹੜੀਆਂ ਗਾਵਾਂ ਨੇ ਉਹ ਅੰਦਰ ਚਰਾਉਣ ਦੇ ਲਈ ਜਿਹੜੇ ਨਿਹੰਗ ਸਿੰਘ ਨੇ ਉਹ ਲੈ ਕੇ ਗਏ ਔਰ ਉਹਨਾਂ ਨੂੰ ਰੋਕ ਕੇ ਜਾਣ ਤੋਂ ਬਾਅਦ ਇਹ ਪੂਰਾ ਵਿਵਾਦ ਸ਼ੁਰੂ ਹੁੰਦਾ ਹਾਲਾਂਕਿ ਐਸਐਸਪੀ ਨੇ ਕਿਹਾ ਸੀ ਕਿ ਇੱਕ ਜ਼ਮੀਨ ਦਾ ਜਿਹੜਾ ਹਿੱਸਾ ਹੈ ਉਸ ਨੂੰ ਲੈ ਕੇ ਡੇਰੇ ਅਤੇ ਨਿਹੰਗ ਸਿੰਘਾਂ ਦੇ ਵਿਚਾਲੇ ਪਿਛਲੇ ਕਈ ਸਾਲਾਂ ਤੋਂ ਜਿਹੜੀ ਟਸਲ ਹੈ ਜਾਂ ਜਿਹੜਾ ਵਿਵਾਦ ਹੈ ਉਹ ਚੱਲਦਾ ਆ ਰਿਹਾ ਔਰ ਕੱਲ ਵੀ ਉਸੇ ਥਾਂ ਨੂੰ ਲੈ ਕੇ ਹੀ ਜਿਹੜੀ ਹੈ ਇਹ ਵਿਵਾਦ ਸ਼ੁਰੂ ਹੋਇਆ ਸੀ ਔਰ ਤਸਵੀਰਾਂ ਦੇ ਵਿੱਚ ਅਸੀਂ ਦਿਖਾਇਆ ਕਿ ਕਿਸ ਤਰੀਕੇ ਦੇ ਨਾਲ ਇੱਕ ਦੂਜੇ ਵੱਲ ਪੱਥਰਬਾਜ਼ੀ ਜਿਹੜੀ ਕੀਤੀ ਗਈ ਉਸ ਤੋਂ ਇਲਾਵਾ ਫਾਇਰ ਵੀ ਜਿਹੜੇ ਨੇ ਉਹ ਵੀ ਹੋਏ ਸੀ ਔਰ ਐਸਐਸਪੀ ਨੇ ਉਸ ਵੀਡੀਓ ਨੂੰ ਵੀ ਤਸਦੀਕ ਕੀਤਾ ਸੀ ਕਿ ਹਾਂ ਹਵਾਈ ਫਾਇਰ ਦੋਵਾਂ ਧਿਰਾਂ ਵੱਲੋਂ ਕੀਤੇ ਗਏ ਨੇ ਤਾਂ ਇਹ ਤੁਸੀਂ ਦੇਖ ਸਕਦੇ ਹੋ ਕਿ ਟ੍ਰੈਫਿਕ ਜਿਹੜੀ ਹੈ ਆਮ ਦਿਨਾਂ ਦੇ ਵਾਂਗ ਚੱਲਦੀ ਹੋਈ ਨਜ਼ਰ ਆ ਰਹੀ ਹੈ ਔਰ ਸੜਕ ਦੇ ਸੱਜੇ ਅਤੇ ਖੱਬੇ ਪਾਸੇ ਜਿੰਨੇ ਵੀ ਵਹੀਕਲ ਨਜ਼ਰ ਆ ਰਹੇ ਨੇ ਉਹ ਪੁਲਿਸ ਦੇ ਨਾਲ ਸੰਬੰਧਿਤ ਜਿੰਨੀਆਂ ਵੀ ਗੱਡੀਆਂ ਨੇ ਜਾਂ ਫਾਇਰ ਬ੍ਰਿਗੇਡ ਹੈ ਤਾਂ ਵੱਖ-ਵੱਖ ਜਿਹੜੇ ਵਿਭਾਗ ਜਿਨ੍ਹਾਂ ਨੂੰ ਇੱਥੇ ਇਸ ਸਥਿਤੀ ਨੂੰ ਕਾਬੂ ਰੱਖਣ ਦੇ ਵਿੱਚ ਤੈਨਾਤ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਫੋਰਸ ਜਿਹੜੀ ਹੈ ਉਹ ਸਵੇਰ ਤੋਂ ਇੱਥੇ ਪਹੁੰਚੀ ਸੀ ਔਰ ਕੁਝ ਪੁਲਿਸ ਦੀਆਂ ਜਿਹੜੀਆਂ ਟੁਕੜੀਆਂ ਨੇ ਉਹ ਰਾਤ ਵੀ ਇੱਥੇ ਤੈਨਾਤ ਰਹੀਆਂ ਕਿਉਂਕਿ ਰਾਤ ਵੇਲੇ ਕਿਸੇ ਤਰ੍ਹਾਂ ਦਾ ਕੋਈ ਵੱਡਾ ਇਕੱਠ ਨਾ ਹੋਵੇ ਜਾਂ ਫਿਰ ਕੋਈ ਐਸੀ ਸਥਿਤੀ ਨਾ ਬਣੇ ਜਿਸ ਕਰਕੇ ਫਿਰ ਉਸ ਤਰੀਕੇ ਦੀਆਂ ਜਿਹੜੀਆਂ ਤਸਵੀਰਾਂ ਜੋ ਕੱਲ ਸਾਹਮਣੇ ਆਈਆਂ ਸੀ ਤਾਂ ਫਿਲਹਾਲ ਜਿਹੜੀ ਸਥਿਤੀ ਹੈ ਪੂਰੀ ਤਰ੍ਹਾਂ ਕਾਬੂ ਦੇ ਵਿੱਚ ਹੈ ਲਗਾਤਾਰ ਐਸਐਸਪੀ ਜਿਹੜੇ ਨੇ ਉਹ ਦੋਵਾਂ ਧਿਰਾਂ ਦੇ ਜਿਹੜੇ ਆਗੂ ਨੇ ਜਿਹੜੇ ਮੋਤਬਰ ਨੇ ਉਹਨਾਂ ਦੇ ਸੰਪਰਕ ਦੇ ਵਿੱਚ ਵੀ ਨੇ ਤਾਂ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਆਸ-ਪਾਸ ਦੀ ਜਿਹੜੀ ਹੋਰ ਸੀਸੀਟੀਵੀ ਫੁਟੇਜ ਹੈ ਉਹ ਖੰਗਾਲਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਕਿ ਉਸ ਵੇਲੇ ਪੂਰਾ ਜਿਹੜਾ ਵਿਵਾਦ ਹੈ ਉਹ ਉਸ ਦੀ ਸ਼ੁਰੂਆਤ ਕਿਸ ਤਰੀਕੇ ਦੇ ਨਾਲ ਹੋਈ ਕਿੰਨਾ ਲੋਕਾਂ ਵੱਲੋਂ ਪੱਥਰਬਾਜ਼ੀ ਕੀਤੀ ਗਈ ਔਰ ਜਿਹੜੀ ਫਾਇਰਿੰਗ ਦੀ ਗੱਲ ਕਹੀ ਜਾ ਰਹੀ ਹੈ ਉਹ ਕਿਸ ਵੱਲੋਂ ਕੀਤੀ ਗਈ ਔਰ ਉਸ ਤੋਂ ਬਾਅਦ ਜਿਹੜੀ ਕਾਨੂੰਨੀ ਕਾਰਵਾਈ ਹੈ ਬਣਦੀ ਉਹ ਵੀ ਪੁਲਿਸ ਵੱਲੋਂ ਕੀਤੀ ਜਾਣੀ ਹੈ ਪਰ ਰਾਤ ਵੇਲੇ ਡੀਜੀਪੀ ਖੁਦ ਮੌਕੇ ਤੇ ਪਹੁੰਚਦੇ ਨੇ ਕਿਉਂਕਿ ਕਿਤੇ ਨਾ ਕਿਤੇ ਇਹ ਇੱਕ ਧਾਰਮਿਕ ਮਸਲਾ ਸੀ ਤਾਂ ਇਸ ਕਰਕੇ ਸਾਡੀ ਵੀ ਇਹੀ ਕੋਸ਼ਿਸ਼ ਸੀ ਕਿ ਇਸ ਨੂੰ ਲੈ ਕੇ ਕੋਈ ਭੜਕਾਹਟ ਨਾ ਪੈਦਾ ਹੋਵੇ ਜਾਂ ਕੋਈ ਗਲਤ ਸੁਨੇਹਾ ਪੰਜਾਬ ਦੇ ਵਿੱਚ ਨਾ ਜਾਵੇ ਤਾਂ ਸਥਿਤੀ ਜਿਹੜੀ ਹੈ ਉਹ ਸ਼ਾਂਤੀਪੂਰਵਕ ਬਣਾਉਣ ਦੇ ਲਈ ਮੀਡੀਆ ਦਾ ਵੀ ਇੱਕ ਵੱਡਾ ਯੋਗਦਾਨ ਹੁੰਦਾ ਤਾਂ ਸਾਡੀ ਵੀ ਕੋਸ਼ਿਸ਼ ਸੀ ਔਰ ਇਸ ਵੇਲੇ ਵੀ ਜਿਹੜੀਆਂ ਤਸਵੀਰਾਂ ਦਿਖਾਉਣ ਦਾ ਇਹੀ ਮਤਲਬ ਹੈ ਕਿ ਜੋ ਲੋਕ ਅੰਮ੍ਰਿਤਸਰ ਤੋਂ ਬਾਹਰ ਰਹਿੰਦੇ ਨੇ ਸ਼ਾਇਦ ਉਹਨਾਂ ਦੇ ਜ਼ਿਹਨ ਦੇ ਵਿੱਚ ਕੁਝ ਹੋਰ ਤਸਵੀਰ ਚੱਲਦੀ ਹੋਵੇ ਤਾਂ ਸਥਿਤੀ ਪੂਰੀ ਤਰ੍ਹਾਂ ਅੰਡਰ ਕੰਟਰੋਲ ਹੈ ਔਰ ਦੋਵਾਂ ਧਿਰਾਂ ਦੇ ਨਾਲ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਕਿ ਰਾਤ ਡੀਜੀਪੀ ਵੀ ਮੌਕੇ ਤੇ ਜਦੋਂ ਪਹੁੰਚੇ ਉਹਨਾਂ ਨੇ ਵੀ ਗੱਲਬਾਤ ਕੀਤੀ ਔਰ ਐਸਐਸਪੀ ਵੀ ਲਗਾਤਾਰ ਪੂਰੀ ਸਥਿਤੀ ਨੂੰ ਸ਼ਾਂਤਮਈ ਢੰਗ ਦੇ ਸ਼ਾਂਤਮਈ ਬਣਾਉਣ ਦੇ ਵਿੱਚ ਰਾਤ ਤੋਂ ਹੀ ਲੱਗੇ ਹੋਏ ਨੇ ਔਰ ਕੁਝ ਦੇਰ ਬਾਅਦ ਉਹ ਦੁਬਾਰਾ ਇੱਥੇ ਪਹੁੰਚਣਗੇ ਉਹਨਾਂ ਦੇ ਨਾਲ ਗੱਲਬਾਤ ਵੀ ਕੀਤੀ ਜਾਏਗੀ ਆਖਿਰਕਾਰ ਪੁਲਿਸ ਵੱਲੋਂ ਹੁਣ ਤੱਕ ਜਿਹੜੀ ਬਣਦੀ ਕਾਰਵਾਈ ਹੈ ਉਹ ਕਿੱਥੋਂ ਤੱਕ ਪਹੁੰਚੀ ਹੈ ਜੀ ਗਗਨ ਰਾਜੀਵ ਇੱਕ ਹੋਰ ਸਵਾਲ ਜਿਹੜਾ ਤੁਹਾਡੇ ਸੱਜੇ ਹੱਥ ਅਸੀਂ ਦੇਖ ਰਹੇ ਹਾਂ ਪਿਛਲੇ ਪਾਸੇ ਗੁਰਦੁਆਰਾ ਸਾਹਿਬ ਦੀ ਇਮਾਰਤ ਜਿਹੜੀ ਹੈਗੀ ਉਹ ਨਜ਼ਰ ਆ ਰਹੀ ਹੈ ਔਰ ਖੱਬੇ ਹੱਥ ਸ਼ਾਇਦ ਤੁਹਾਡੇ ਡੇਰੇ ਵਾਲੀ ਇਮਾਰਤ ਹੋਣੀ ਹੈ ਡੇਰੇ ਦੀ ਜਿਹੜੀ ਥਾਂ ਹੈਗੀ ਹੈ
ਇਕੱਠ ਜਿਹੜਾ ਸੀਗਾ, ਕਿਉਂਕਿ ਕੱਲ ਸੰਡੇ ਸੀਗਾ, ਡੇਰੇ ਦੇ ਵਿੱਚ ਵੀ ਇਕੱਠ ਸੀਗਾ, ਔਰ ਜਿਸ ਤਰੀਕੇ ਤੁਸੀਂ ਵੀ ਦੱਸ ਰਹੇ ਸੀਗੇ ਕਿ ਰਾਤ ਵੇਲੇ ਨਿਹੰਗ ਜਿਹੜੇ ਸੀਗੇ ਉਹਨਾਂ ਦੇ ਵੀ ਹਿਮਾਇਤੀ ਉੱਥੇ ਪਹੁੰਚਣੇ ਸ਼ੁਰੂ ਹੋ ਗਏ ਸੀਗੇ, ਕਿ ਉਹਨਾਂ ਨੂੰ ਹੌਲੀ ਹੌਲੀ ਕਰਕੇ ਪੁਲਿਸ ਨੇ ਡਿਸਬਰਸ ਕਰ ਦਿੱਤਾ ਹੈ? ਕਿਉਂਕਿ ਜਦੋਂ ਅਜਿਹੇ ਮਾਮਲੇ ਦੇ ਵਿੱਚ ਜ਼ਿਆਦਾਤਰ ਇਹ ਹੁੰਦਾ ਹੈ ਕਿ ਜੇਕਰ ਇਕੱਠ ਜਿਹੜਾ ਡਿਸਬਰਸ ਹੋ ਜਾਵੇ, ਉੱਥੋਂ ਨਿਕਲ ਜਾਵੇ, ਤਾਂ ਫਿਰ ਟੈਨਸ਼ਨ ਜਿਹੜੀ ਹੈਗੀ ਆਟੋਮੈਟਿਕਲੀ ਥੋੜੀ ਰਿਲੀਜ਼ ਹੋ ਜਾਂਦੀ ਹੈ, ਘਟ ਜਾਂਦੀ ਹੈ। ਕੀ ਕੁਝ ਅਜਿਹੀ ਕੋਸ਼ਿਸ਼ ਕੀਤੀ ਗਈ ਹੈ? ਜੀ ਬਿਲਕੁਲ, ਜਿਹੜੀ ਤੁਸੀਂ ਗੱਲ ਕਹੀ ਕਿ ਇਹ ਮੇਰੇ ਜਿਹੜਾ ਸੱਜੇ ਪਾਸੇ ਗੁਰਦੁਆਰਾ ਸਾਹਿਬ ਨਜ਼ਰ ਆ ਰਿਹਾ, ਇਸ ਦਾ ਹੀ ਮੈਂ ਰਾਤ ਵੀ ਜ਼ਿਕਰ ਕਰ ਰਿਹਾ ਸੀ, ਔਰ ਤਸਵੀਰਾਂ ਦੇ ਵਿੱਚ ਵੀ ਇਹੀ ਉਹ ਗੁਰਦੁਆਰੇ ਦੀ ਜਿਹੜੀ ਤਸਵੀਰ ਹੈ ਉਹ ਨਜ਼ਰ ਆ ਰਹੀ ਸੀ। ਔਰ ਖੱਬੇ ਪਾਸੇ ਜੋ ਡੇਰੇ ਨੂੰ ਰਸਤਾ ਜਾਂਦਾ ਹੈ, ਔਰ ਉੱਥੇ ਹੀ ਡੇਰੇ ਦੇ ਜਿਹੜੇ ਸਮਰਥਕ ਨੇ ਉਹਨਾਂ ਵੱਲੋਂ ਹੀ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ, ਕਿਉਂਕਿ ਜਿਹੜੀ ਫੋਰਸ ਬਾਹਰ ਤੋਂ ਪਹੁੰਚੀ ਹੈ, ਕਿਸੇ ਤਰ੍ਹਾਂ ਦੀ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ। ਤਾਂ ਮੈਂ ਥੋੜਾ ਅੱਗੇ ਜਾ ਕੇ ਸਮਝਾਉਣ ਦੀ ਕੋਸ਼ਿਸ਼ ਕਰਦਾ ਕਿ ਇਹ ਜੋ ਗੁਰਦੁਆਰਾ ਸਾਹਿਬ ਹੈ, ਇੱਥੇ ਹੀ ਕੱਲ ਸ਼ਾਮ ਵੇਲੇ ਵੱਡੀ ਤਾਦਾਦ ਦੇ ਵਿੱਚ ਜਿਹੜੇ ਨਿਹੰਗ ਸਿੰਘ ਨੇ, ਸਿੱਖ ਜਥੇਬੰਦੀਆਂ ਨੇ, ਉਹ ਇਕੱਤਰ ਹੋਣੀਆਂ ਸ਼ੁਰੂ ਹੋਈਆਂ ਸੀ। ਔਰ ਉਸ ਤੋਂ ਬਾਅਦ ਇੱਕ ਪਾਸੇ ਜਿਹੜੇ ਡੇਰੇ ਦੇ ਸਮਰਥਕ ਨੇ ਉਹ ਮੌਜੂਦ ਸੀ, ਤਾਂ ਪੁਲਿਸ ਵੱਲੋਂ ਦੇਰ ਰਾਤ ਜੋ ਹੈ ਉਹਨਾਂ ਨੂੰ ਸਮਝਾ ਕੇ ਇੱਥੋਂ ਆਪਣੇ ਆਪਣੇ ਜੋ ਹੈ ਥਾਵਾਂ ਤੇ ਜਾਣ ਦੇ ਲਈ ਕਿਹਾ ਗਿਆ, ਤਾਂ ਕਿ ਜਿਹੜਾ ਹਾਈਵੇ ਆ ਉਸ ਨੂੰ ਖਾਲੀ ਕੀਤਾ ਜਾਵੇ, ਕਿਸੇ ਤਰ੍ਹਾਂ ਦੀ ਐਸੀ ਸਥਿਤੀ ਨਾ ਬਣੇ ਜਿਸ ਕਰਕੇ ਦੁਬਾਰਾ ਜਿਹੜਾ ਝੜਪ ਹੈ ਜਾਂ ਫਿਰ ਇਸ ਤਰੀਕੇ ਦੀ ਜਿਹੜੀ ਤਕਰਾਰਬਾਜ਼ੀ ਹੈ ਉਹ ਨਾ ਹੋਵੇ। ਤਾਂ ਸ਼ਾਂਤੀ ਬਣਾਉਣ ਦੇ ਲਈ ਲਗਾਤਾਰ ਜਿਹੜੇ ਡੀਜੀਪੀ ਵੀ ਉਹ ਪਹੁੰਚੇ ਸੀ। ਤਾਂ ਇਹ ਉਹ ਗੇਟ ਹੈ, ਤੁਸੀਂ ਦੇਖ ਸਕਦੇ ਹੋ ਕਿ ਗੁਰਦੁਆਰਾ ਸਾਹਿਬ ਤੋਂ ਪਹਿਲਾਂ ਜਿੱਥੇ ਇਸ ਵੇਲੇ ਪੁਲਿਸ ਦੇ ਜਿਹੜੇ ਅਧਿਕਾਰੀ ਨੇ, ਮੁਲਾਜ਼ਮ ਨੇ, ਉਹਨਾਂ ਨੂੰ ਤੈਨਾਤ ਕੀਤਾ ਗਿਆ। ਤਾਂ ਇਹ ਰਸਤਾ ਜਿੱਥੋਂ ਕਿ ਕਿਹਾ ਜਾ ਰਿਹਾ ਕਿ ਜਿਹੜੀਆਂ ਗਾਵਾਂ ਨੇ ਉਹ ਜਦੋਂ ਇਸ ਥਾਂ ਤੋਂ ਅੰਦਰ ਗਈਆਂ ਤਾਂ ਉਦੋਂ ਇਹ ਜਿਹੜਾ ਵਿਵਾਦ ਹੈ ਉਹ ਸ਼ੁਰੂ ਹੋਇਆ ਸੀ। ਤਾਂ ਤੁਸੀਂ ਦੇਖ ਸਕਦੇ ਹੋ ਕਿ ਗੁਰਦੁਆਰਾ ਸਾਹਿਬ ਦੇ ਨੇੜੇ ਵੀ ਵੱਡੀ ਤਾਦਾਦ ਦੇ ਵਿੱਚ ਪੁਲਿਸ ਫੋਰਸ ਤੈਨਾਤ ਹੈ। ਜਿਹੜੇ ਆਲਾ ਅਧਿਕਾਰੀ ਨੇ, ਚਾਹੇ ਉਹ ਡੀਐਸਪੀ ਪੱਧਰ ਦੇ ਅਧਿਕਾਰੀਆਂ ਦੀ ਗੱਲ ਕਰੀਏ, ਐਸਪੀ ਔਰ ਐਸਐਸਪੀ ਖੁਦ ਲਗਾਤਾਰ ਇਸ ਪੂਰੇ ਇਲਾਕੇ ਦੇ ਵਿੱਚ ਮੌਜੂਦ ਰਹਿ ਕੇ ਪੂਰੀ ਸਥਿਤੀ ਦੇ ਉੱਪਰ ਉਹਨਾਂ ਦੀ ਨਜ਼ਰ ਜੋ ਹੈ ਬਣੀ ਹੋਈ ਹੈ। ਲਗਾਤਾਰ ਜਿਹੜੇ ਪੁਲਿਸ ਦੇ ਅਧਿਕਾਰੀ ਇੱਥੇ ਪਹੁੰਚ ਰਹੇ ਨੇ, ਔਰ ਜਿੰਨੀਆਂ ਵੀ ਤੁਸੀਂ ਗੱਡੀਆਂ ਦੇਖ ਸਕਦੇ ਹੋ, ਸਾਰੀਆਂ ਦੀਆਂ ਸਾਰੀਆਂ ਪੁਲਿਸ ਅਧਿਕਾਰੀਆਂ ਦੇ ਨਾਲ ਹੀ ਸੰਬੰਧਿਤ ਨੇ। ਤਾਂ ਇਹ ਤੁਸੀਂ ਦੇਖਿਆ ਕਿ ਗੁਰਦੁਆਰਾ ਸਾਹਿਬ, ਔਰ ਸਾਹਮਣੇ ਬਿਲਕੁਲ ਜੋ ਰਸਤਾ ਤੁਸੀਂ ਦੇਖ ਸਕਦੇ ਹੋ, ਔਰ ਇੱਕ ਜਿਹੜੀ ਲਾਲ ਰੰਗ ਦੀ ਇਮਾਰਤ ਜਾਂ ਇੱਕ ਸ਼ੈੱਡ ਨਜ਼ਰ ਆ ਰਿਹਾ, ਉਹ ਡੇਰੇ ਨੂੰ ਜਾਣ ਵਾਲਾ ਰਸਤਾ। ਔਰ ਕੱਲ ਜੋ ਹੈ ਦੁਪਹਿਰ ਵੇਲੇ ਇੱਥੇ ਹੀ ਜਿਹੜੇ ਡੇਰੇ ਦੇ ਪੈਰੋਕਾਰ ਨੇ, ਡੇਰੇ ਦੇ ਜਿਹੜੇ ਸਮਰਥਕ ਨੇ, ਉਹ ਮੌਜੂਦ ਸੀ। ਔਰ ਕੱਲ ਐਤਵਾਰ ਦਾ ਸਮਾਂ ਸੀ, ਔਰ ਐਤਵਾਰ ਵਾਲੇ ਦਿਨ ਡੇਰੇ ਦੇ ਵਿੱਚ ਕਾਫੀ ਜ਼ਿਆਦਾ ਭੀੜ ਹੁੰਦੀ ਹੈ। ਔਰ ਜੇਕਰ ਅਸੀਂ ਸੜਕ ਦੀ ਗੱਲ ਕਰੀਏ ਤਾਂ ਸੜਕ ਤੇ ਵੀ ਜਿਹੜੇ ਡੇਰੇ ਦੇ ਸੇਵਾਦਾਰ ਨੇ ਉਹਨਾਂ ਵੱਲੋਂ ਜਿਹੜਾ ਟ੍ਰੈਫਿਕ ਯਾਤਾਯਾਤ ਹੈ ਉਸ ਨੂੰ ਸੁਚਾਰੂ ਢੰਗ ਦੇ ਨਾਲ ਚਲਾਉਣ ਦੇ ਲਈ ਉਹ ਸੜਕ ਤੇ ਮੌਜੂਦ ਰਹਿੰਦੇ ਨੇ। ਔਰ ਤੁਸੀਂ ਸਾਹਮਣੇ ਬੋਰਡ ਵੀ ਦੇਖ ਸਕਦੇ ਹੋ ਕਿ ਜਿੱਥੇ ਬਕਾਇਦਾ ਤੌਰ ਤੇ ਰਾਧਾ ਸਵਾਮੀ ਸਤਸੰਗ ਬਿਆਸ ਲਿਖਿਆ ਨਜ਼ਰ ਆ ਰਿਹਾ। ਤਾਂ ਇਹੀ ਉਹ ਰਸਤਾ ਹੈ। ਕੱਲ ਜਿਹੜੀ ਵੀਡੀਓ ਅਸੀਂ ਲਗਾਤਾਰ ਆਪਣੇ ਦਰਸ਼ਕਾਂ ਨੂੰ ਦਿਖਾਈ ਤਾਂ ਉਹ ਇਸੇ ਇਲਾਕੇ ਦੀ ਵੀਡੀਓ, ਜਿੱਥੇ ਕੁਝ ਗੱਡੀਆਂ ਦੇ ਸ਼ੀਸ਼ੇ ਟੁੱਟੇ ਨਜ਼ਰ ਆ ਰਹੇ ਸੀ ਔਰ ਕਾਫੀ ਸ਼ੋਰ ਸ਼ਰਾਬਾ ਸੀ। ਉਸ ਵੇਲੇ ਪੁਲਿਸ ਜੋ ਹੈ ਉਹ ਦੋਵਾਂ ਧਿਰਾਂ ਨੂੰ ਸਮਝਾਉਣ ਦੇ ਵਿੱਚ ਲੱਗੀ ਹੋਈ ਸੀ, ਪੱਥਰਬਾਜ਼ੀ ਕੀਤੀ ਜਾ ਰਹੀ ਸੀ। ਤਾਂ ਇਸ ਵੇਲੇ ਦੀ ਤਸਵੀਰ ਬਿਲਕੁਲ ਵੱਖਰੀ ਹੈ। ਕੱਲ ਹੀ ਐਸਐਸਪੀ ਵੱਲੋਂ ਇਹ ਕਹਿ ਦਿੱਤਾ ਗਿਆ ਸੀ ਕਿ ਸਥਿਤੀ ਦੇ ਉੱਪਰ ਕਾਬੂ ਪਾ ਲਿਆ ਗਿਆ, ਔਰ ਸ਼ਾਮ ਡੀਜੀਪੀ ਖੁਦ ਮੌਕੇ ਤੇ ਪਹੁੰਚ ਕੇ ਮੌਕੇ ਦਾ ਜਾਇਜ਼ਾ ਲੈਂਦੇ ਨੇ। ਤਾਂ ਇਸ ਵੇਲੇ ਅਸੀਂ ਕਹਿ ਸਕਦੇ ਹਾਂ ਕਿ ਬਿਲਕੁਲ ਜਿਹੜੀ ਸਿਚੁਏਸ਼ਨ ਹੈ ਉਹ ਅੰਡਰ ਕੰਟਰੋਲ ਹੈ, ਔਰ ਲਗਾਤਾਰ ਪੁਲਿਸ ਦੇ ਅਧਿਕਾਰੀ ਦੋਵਾਂ ਧਿਰਾਂ ਦੇ ਨਾਲ ਰਾਬਤਾ ਕਾਇਮ ਕਰਨ ਦੇ ਵਿੱਚ ਲੱਗੇ ਹੋਏ ਨੇ। ਔਰ ਕਿਸੇ ਤਰ੍ਹਾਂ ਦੀ ਕੋਸ਼ਿਸ਼ ਪੁਲਿਸ ਦੀ ਅੱਜ ਇਹੀ ਹੈ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਇਕੱਠ ਇਸ ਇਲਾਕੇ ਦੇ ਵਿੱਚ ਨਾ ਹੋਵੇ, ਤਾਂ ਕਿ ਦੁਬਾਰਾ ਵੈਸੀ ਸਥਿਤੀ ਜੋ ਕਿ ਕੱਲ ਜਿਸ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਸੀ, ਉਹੋ ਜਿਹੀ ਸਥਿਤੀ ਨਾ ਬਣੇ। ਇਸ ਦੇ ਲਈ ਜੋ ਹੈ ਪੁਲਿਸ ਦੀ ਸਭ ਤੋਂ ਪਹਿਲੀ ਕੋਸ਼ਿਸ਼ ਇਹੀ ਹੈ ਕਿ ਮਾਹੌਲ ਨੂੰ ਸ਼ਾਂਤ ਰੱਖਿਆ ਜਾਵੇ, ਉਸ ਤੋਂ ਬਾਅਦ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਹੈ ਉਹ ਅਮਲ ਦੇ ਵਿੱਚ ਲਿਆਂਦੀ ਜਾਵੇਗੀ। ਜੀ ਗਗਨ। ਰਾਜੀਵ, ਆਖਰੀ ਸਵਾਲ, ਪੁਲਿਸ ਪ੍ਰਸ਼ਾਸਨ ਦੀ ਡਿਊਟੀ ਹੈਗੀ ਇਸ ਵੇਲੇ ਤਣਾਅ ਨੂੰ ਘੱਟ ਕਰਨਾ ਔਰ ਉਸ ਥਾਂ ਤੇ ਜਾ ਕੇ ਜਿਹੜਾ ਹੈਗਾ ਕੋਆਰਡੀਨੇਟ ਕਰਨਾ ਦੋਵੇਂ ਧਿਰਾਂ ਦੇ ਨਾਲ। ਦੋਵੇਂ ਧਿਰਾਂ ਜਿਹੜੀਆਂ ਨੇ, ਇੱਕ ਪਾਸੇ ਤਰਨਾ ਦਲ ਦੇ ਨਿਹੰਗ ਸਿੰਘ ਨੇ, ਦੂਜੇ ਪਾਸੇ ਡੇਰੇ ਦੇ ਪੈਰੋਕਾਰ ਨੇ, ਧਿਰਾਂ ਦੇ ਵੱਲੋਂ ਕੀ ਕੋਈ ਅਜਿਹੀ ਕੋਸ਼ਿਸ਼ ਕੀਤੀ ਗਈ ਹੈ ਕਿ ਠੀਕ ਹੈ ਕੱਲ ਜੋ ਹੋਇਆ ਉਹ ਗਲਤ ਹੋਇਆ, ਉਹ ਭਾਵੇਂ ਗਲਤੀ ਕਿਸ ਦੀ ਹੈਗੀ ਉਹ ਜਾਂਚ ਦਾ ਵਿਸ਼ਾ ਹੈਗਾ, ਪਰ ਜੋ ਹੋਇਆ ਉਹ ਗਲਤ ਹੋਇਆ, ਔਰ ਹੁਣ ਜਿਹੜਾ ਹੈਗਾ ਉਹ ਸ਼ਾਂਤੀ ਬਰਕਰਾਰ ਰੱਖੀ ਜਾਵੇ? ਦੋਵਾਂ ਧਿਰਾਂ ਨੇ ਕੀ ਆਪਣੇ ਵੱਲੋਂ ਕੋਈ ਬਿਆਨ ਜਾਰੀ ਕੀਤਾ ਹੈ ਆਪਣੇ ਪੈਰੋਕਾਰਾਂ ਦੇ ਲਈ, ਆਪਣੇ ਫੋਲੋਅਰਸ ਦੇ ਲਈ, ਜਾਂ ਆਪਣੇ ਜਿਹੜੇ ਹਮਾਇਤੀ ਨੇ ਉਹਨਾਂ ਦੇ ਲਈ ਕੋਈ ਇਸ ਤਰ੍ਹਾਂ ਦੀ ਅਪੀਲ ਉਹਨਾਂ ਵੱਲੋਂ ਕੀਤੀ ਗਈ ਹੈ? ਦੇਖੋ ਗਗਨ, ਕੱਲ ਤੋਂ ਅਸੀਂ ਲਗਾਤਾਰ ਇਸ ਦਾ ਵੀ ਜ਼ਿਕਰ ਕਰ ਰਹੇ ਹਾਂ, ਕਿਉਂਕਿ ਡੇਰਾ ਜੋ ਹੈ, ਡੇਰੇ ਦਾ ਮੀਡੀਆ ਦੇ ਨਾਲ ਰਾਬਤਾ ਬਹੁਤ ਘੱਟ ਰਹਿੰਦਾ ਹੈ। ਹਾਲਾਂਕਿ ਜੇਕਰ ਅਸੀਂ ਕੋਵਿਡ ਦੀ ਗੱਲ ਕਰੀਏ, ਉਸ ਵੇਲੇ ਡੇਰੇ ਵੱਲੋਂ ਖੁੱਲ੍ਹ ਕੇ ਜਿਹੜੀ ਸੇਵਾ ਕੀਤੀ ਗਈ ਸੀ ਉਸ ਦੇ ਬਾਰੇ ਮੀਡੀਆ ਦੇ ਨਾਲ ਵੀ ਰਾਬਤਾ ਰੱਖਿਆ ਗਿਆ ਸੀ। ਪਰ ਜਦੋਂ ਅਜਿਹੇ ਮਾਮਲੇ ਹੁੰਦੇ ਨੇ ਤਾਂ ਡੇਰੇ ਵੱਲੋਂ ਕੋਈ ਵੀ ਐਸਾ ਬਿਆਨ ਜਾਂ ਐਸੀ ਸਟੇਟਮੈਂਟ ਨਹੀਂ ਦਿੱਤੀ ਜਾਂਦੀ। ਪਰ ਜਿਸ ਤਰੀਕੇ ਦੀਆਂ ਤਸਵੀਰਾਂ ਪੂਰੀ ਦੁਨੀਆ ਭਰ ਦੇ ਵਿੱਚ ਪਹੁੰਚ ਚੁੱਕੀਆਂ ਨੇ, ਹਰ ਕੋਈ ਸਵਾਲ ਖੜੇ ਕਰ ਰਿਹਾ, ਤਾਂ ਅਜਿਹੇ ਹਾਲਾਤ ਦੇ ਵਿੱਚ ਡੇਰੇ ਦਾ ਕੋਈ ਨਾ ਕੋਈ ਬਿਆਨ ਜਿਹੜਾ ਆਉਣਾ
ਬਹੁਤ ਜ਼ਰੂਰੀ ਹੈ। ਪਰ ਫਿਲਹਾਲ ਉਹਨਾਂ ਵੱਲੋਂ ਕੋਈ ਐਸੀ ਸਟੇਟਮੈਂਟ ਜਾਰੀ ਨਹੀਂ ਕੀਤੀ ਗਈ। ਤਾਂ ਦੂਸਰੇ ਪਾਸੇ ਜਿੱਥੋਂ ਤੱਕ ਨਿਹੰਗ ਜਥੇਬੰਦੀਆਂ ਦਾ ਸਵਾਲ ਹੈ ਤਾਂ ਉਹਨਾਂ ਵੱਲੋਂ ਕੱਲ ਹੀ ਜਿਹੜੇ ਲੋਕ ਜ਼ਖਮੀ ਹੋਏ ਸਨ ਉਹਨਾਂ ਵੱਲੋਂ ਸਿੱਧੇ ਤੌਰ ਤੇ ਡੇਰੇ ਦੇ ਜਿਹੜੇ ਸਮਰਥਕ ਨੇ ਉਹਨਾਂ ਦੇ ਉੱਤੇ ਇਲਜ਼ਾਮ ਲਗਾ ਦਿੱਤਾ ਗਿਆ ਸੀ ਕਿ ਸਾਡੀਆਂ ਜਿਹੜੀਆਂ ਗਊਆਂ ਨੇ ਉਹਨਾਂ ਨੂੰ ਚਾਰਨ ਤੋਂ ਰੋਕਿਆ ਗਿਆ, ਜਿਸ ਤੋਂ ਬਾਅਦ ਇਹ ਪੂਰਾ ਜਿਹੜੀ ਤਣਾਅ ਵਾਲੀ ਸਥਿਤੀ ਪੈਦਾ ਹੋਈ। ਤਾਂ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਅੱਜ ਇਸ ਮਾਮਲੇ ਦੇ ਵਿੱਚ ਦੋਵਾਂ ਧਿਰਾਂ ਵੱਲੋਂ ਕੋਈ ਐਸਾ ਬਿਆਨ ਜਾਂ ਕੋਈ ਐਸੀ ਅਪੀਲ ਆਪਣੇ ਆਪਣੇ ਸਮਰਥਕਾਂ ਨੂੰ ਕੀਤੀ ਜਾਂਦੀ ਹੈ ਜਾਂ ਫਿਰ ਨਹੀਂ। ਪਰ ਪੁਲਿਸ ਦੀ ਪੂਰੀ ਕੋਸ਼ਿਸ਼ ਇਹੀ ਹੈ ਕਿ ਦੋਵੇਂ ਧਿਰਾਂ ਜਿਹੜੀਆਂ ਨੇ ਉਹ ਸ਼ਾਂਤ ਰਹਿਣ, ਕਿਸੇ ਤਰ੍ਹਾਂ ਦੀ ਐਸੀ ਸਥਿਤੀ ਦੁਬਾਰਾ ਨਾ ਬਣੇ ਜਿਹਦੇ ਨਾਲ ਫਿਰ ਇੱਕ ਵਾਰ ਜਿਹੜੀਆਂ ਦੋਵੇਂ ਧਿਰਾਂ ਉਹ ਆਮੋ ਸਾਹਮਣੇ ਹੋਣ। ਇਸੇ ਕਰਕੇ ਸੜਕ ਦੇ ਉੱਪਰ ਸਿਰਫ ਤੇ ਸਿਰਫ ਪੁਲਿਸ ਦੇ ਅਧਿਕਾਰੀ, ਪੁਲਿਸ ਦੇ ਮੁਲਾਜ਼ਮ ਨਜ਼ਰ ਆ ਰਹੇ ਨੇ, ਨਾ ਕਿ ਕੋਈ ਦੋਵਾਂ ਧਿਰਾਂ ਦੇ ਨਾਲ ਕੋਈ ਜੁੜਿਆ ਸਮਰਥਕ। ਨਾ ਤਾਂ ਨਿਹੰਗ ਸਿੰਘਾਂ ਵਾਲੇ ਪਾਸੇ ਕੋਈ ਸੜਕ ਤੇ ਕਿਸੇ ਨੂੰ ਆਉਣ ਦਿੱਤਾ ਗਿਆ ਔਰ ਡੇਰੇ ਵਾਲੇ ਜਿਹੜੇ ਸਮਰਥਕ ਨੇ ਉਹਨਾਂ ਨੂੰ ਵੀ ਅਪੀਲ ਕੀਤੀ ਗਈ ਸੀ ਕਿ ਉਹ ਆਪਣਾ ਜੋ ਏਰੀਆ ਉੱਥੇ ਹੀ ਰਹਿਣ, ਬਲਕਿ ਹਾਈਵੇ ਵਾਲੇ ਪਾਸੇ ਨਾ ਆਉਣ ਤਾਂ ਕਿ ਟਕਰਾਅ ਦੀ ਸਥਿਤੀ ਪੈਦਾ ਨਾ ਹੋਵੇ। ਤਾਂ ਇਹ ਤਾਜ਼ਾ ਹਾਲਾਤ ਨੇ ਬਿਆਸ ਦੇ। ਸਵੇਰ ਤੋਂ ਅਸੀਂ 6 ਵਜੇ ਤੋਂ ਲਗਾਤਾਰ ਇੱਥੇ ਆ ਕੇ ਦੇਖ ਰਹੇ ਹਾਂ ਕਿ ਸਿਰਫ ਤੇ ਸਿਰਫ ਜਿਹੜੀ ਪੁਲਿਸ ਦੀ ਤੈਨਾਤੀ ਹੈ ਉਹ ਜ਼ਰੂਰ ਵੱਧਦੀ ਨਜ਼ਰ ਆ ਰਹੀ, ਕਿਉਂਕਿ ਇਹਤਿਆਤਨ ਅਸੀਂ ਇਸ ਨੂੰ ਕਹਿ ਸਕਦੇ ਜੋ ਐਸਐਸਪੀ ਦੇ ਮੁਤਾਬਕ ਕਿ ਇਹਤਿਆਤਨ ਪੁਲਿਸ ਫੋਰਸ ਤੈਨਾਤ ਕੀਤੀ ਗਈ ਹੈ ਤਾਂ ਕਿ ਜੇਕਰ, ਕਿਉਂਕਿ ਉਹਨਾਂ ਦਾ ਕਹਿਣਾ ਕਿ ਫਿਲਹਾਲ ਐਸੀ ਕੋਈ ਉਹਨਾਂ ਦੇ ਕੋਲ ਇਨਪੁਟ ਨਹੀਂ ਹੈ ਕਿ ਕੋਈ ਦੁਬਾਰਾ ਐਸੀ ਸਥਿਤੀ ਬਣੇਗੀ। ਪਰ ਫਿਰ ਵੀ ਕਿਉਂਕਿ ਜਦੋਂ ਅਜਿਹੇ ਹਾਲਾਤ ਹੁੰਦੇ ਨੇ ਤਾਂ ਜੋ ਬਾਹਰ ਅੰਮ੍ਰਿਤਸਰ ਤੋਂ ਬਾਹਰ ਜਾਂ ਪੰਜਾਬ ਤੋਂ ਬਾਹਰ ਦੇ ਜਿਹੜੇ ਸੂਬਿਆਂ ਦੇ ਵਿੱਚ ਜਦੋਂ ਇਹ ਤਸਵੀਰਾਂ ਪਹੁੰਚਦੀਆਂ ਨੇ ਲੋਕ ਆਪ ਮੁਹਾਰੇ ਕਈ ਵਾਰ ਅਜਿਹੇ ਪ੍ਰੋਟੈਸਟ ਦੇ ਵਿੱਚ ਜਾਂ ਅਜਿਹੇ ਜਿਹੜੇ ਧਰਨਿਆਂ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਹੁੰਚਦੇ ਨੇ। ਹਾਲਾਂਕਿ ਕਿਸੇ ਤਰ੍ਹਾਂ ਦਾ ਕੋਈ ਧਰਨਾ ਪ੍ਰਦਰਸ਼ਨ ਇੱਥੇ ਨਹੀਂ ਹੈ, ਹਰ ਕੋਈ ਸ਼ਾਂਤ ਹੈ। ਪਰ ਫਿਰ ਵੀ ਇਹਤਿਆਤਨ ਪੁਲਿਸ ਨੂੰ ਇਸ ਲਈ ਤੈਨਾਤ ਕੀਤਾ ਗਿਆ ਕਿ ਜੇਕਰ ਰੱਬ ਨਾ ਕਰੇ ਜੇਕਰ ਅਜਿਹੀ ਸਥਿਤੀ ਬਣਦੀ ਹੈ ਤਾਂ ਉਸ ਨੂੰ ਤੁਰੰਤ ਜੋ ਹੈ ਉਹ ਪੁਲਿਸ ਵੱਲੋਂ ਕੰਟਰੋਲ ਦੇ ਵਿੱਚ ਕੰਟਰੋਲ ਕੀਤਾ ਜਾ ਸਕੇ। ਠੀਕ, ਬਹੁਤ ਬਹੁਤ ਸ਼ੁਕਰੀਆ ਰਾਜੀਵ ਇਸ तमाम ਜਾਣਕਾਰੀ ਦੇ ਲਈ। ਅਪਡੇਟ ਤੁਹਾਡੇ ਕੋਲ ਲਗਾਤਾਰ ਲੈਂਦੇ ਰਵਾਂਗੇ ਕਿਉਂਕਿ ਸਥਿਤੀ ਜਿਹੜੀ ਹੈਗੀ ਹੈ ਬੇਸ਼ੱਕ ਕੰਟਰੋਲ ਦੇ ਵਿੱਚ ਹੈਗੀ ਹੈ, ਪੁਲਿਸ ਦੀ ਨਫਰੀ ਵੀ ਤੈਨਾਤ ਹੈ, ਪਰ ਨਜ਼ਰ ਬਣਾ ਕੇ ਰੱਖਣਾ ਜ਼ਰੂਰੀ ਹੈਗਾ। ਬਹੁਤ ਸ਼ੁਕਰੀਆ ਰਾਜੀਵ ਫਿਲਹਾਲ ਇਸ तमाम ਜਾਣਕਾਰੀ ਦੇ ਲਈ। ਰਾਜੀਵ ਮੇਰੇ ਸਹਿਯੋਗੀ ਜਾਣਕਾਰੀ ਦੇ ਰਹੇ ਸਨ। ਜਿਸ ਤਰੀਕੇ ਇਹ ਪੂਰੇ ਦੇ ਪੂਰਾ ਮਾਮਲਾ ਜਿਹੜਾ ਹੈਗਾ ਉਹ ਸਾਹਮਣੇ ਆਇਆ, ਉਸ ਤੋਂ ਬਾਅਦ ਲਗਾਤਾਰ ਪੋਲੀਟੀਕਲ ਪਾਰਟੀਆਂ ਨੇ ਵੀ ਜਿਹੜਾ ਹੈਗਾ ਅਪੀਲ ਪੰਜਾਬ ਨੂੰ ਵੀ ਪੰਜਾਬੀਆਂ ਨੂੰ ਵੀ ਇਹ ਕੀਤੀ ਕਿ ਅਸੀਂ ਭਾਈਚਾਰਕ ਸਾਂਝ ਜਿਹੜਾ ਹੈਗਾ ਉਹ ਬਣਾ ਕੇ ਰੱਖੀਏ। ਹਾਲਾਂਕਿ ਵਿਰੋਧੀ ਧਿਰਾਂ ਨੇ ਸਵਾਲ ਸਰਕਾਰ ਦੇ ਉੱਤੇ ਵੀ ਖੜੇ ਕੀਤੇ। ਸਰਕਾਰ ਦੇ ਰਾਜ ਦੇ ਵਿੱਚ 6 ਮਹੀਨਿਆਂ ਦੇ ਰਾਜ ਦੇ ਵਿੱਚ ਜਿਸ ਤਰੀਕੇ ਇਹ ਚੌਥੀ ਪੰਜਵੀਂ ਵੱਡੀ ਘਟਨਾ, ਵਿਰੋਧੀ ਧਿਰਾਂ ਦੇ ਨਾਲ ਵੀ ਅਸੀਂ ਗੱਲ ਕਰ ਰਹੇ ਸੀ ਕਿ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਸ਼ੁਰੂਆਤੀ 5-6 ਮਹੀਨਿਆਂ ਦੇ ਵਿੱਚ ਹੀ ਇਹ ਚੌਥੀ ਪੰਜਵੀਂ ਅਜਿਹੀ ਘਟਨਾ ਜਿਹੜੀ ਹੈਗੀ ਹੈ ਟਕਰਾਅ ਵਾਲੀ ਜਿਹੜੀ ਤਸਵੀਰ ਹੈ ਉਹ ਸਾਹਮਣੇ ਆ ਰਹੀ ਹੈ ਔਰ ਸਰਕਾਰ ਨੂੰ ਕਿਤੇ ਨਾ ਕਿਤੇ ਐਕਸ਼ਨ ਦੀ ਲੋੜ ਹੈਗੀ ਹੈ, ਇਨਪੁਟਸ ਜਿਹੜੇ ਨੇ ਉਹ ਕਲੈਕਟ ਕਰਨ ਦੀ ਲੋੜ ਹੈਗੀ ਹੈ ਔਰ ਐਕਟਿਵ ਹੋਣ ਦੀ ਲੋੜ ਹੈਗੀ। ਪੁਲਿਸ ਦੀ ਗੱਡੀ ਤੇ ਮੇਲੇ ਦੇ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਔਰ ਉਹ ਵਾਪਰਿਆ ਹਾਦਸਾ ਜਿਹੜਾ ਹੈਗਾ ਤਸਵੀਰ ਤੁਸੀਂ ਦੇਖ ਰਹੇ ਹੋ, ਮੌਤ ਦੇ ਨਾਲ ਸਾਹਮਣਾ ਹੋਇਆ ਹੈ ਮੋਹਾਲੀ ਦੇ ਵਿੱਚ। ਮੇਲੇ ਦੇ ਵਿੱਚ ਇਹ ਵੱਡਾ ਹਾਦਸਾ ਵਾਪਰਿਆ ਜਿੱਥੇ ਮੌਤ ਦੇ ਨਾਲ ਜਿਹੜਾ ਹੈਗਾ ਉਹ ਸਾਹਮਣਾ ਹੋਇਆ ਲੋਕਾਂ ਦਾ। ਕਿਵੇਂ? ਮੋਹਾਲੀ ਦੇ ਵਿੱਚ 50 ਫੁੱਟ ਦੀ ਉਚਾਈ ਤੋਂ ਝੂਲਾ ਡਿੱਗਿਆ, ਝੂਲਾ ਅਚਾਨਕ ਉੱਪਰੋਂ ਟੁੱਟ ਕੇ ਡਿੱਗਿਆ ਤੇ ਬੱਚਿਆਂ ਸਣੇ ਤਕਰੀਬਨ 20 ਲੋਕ ਜ਼ਖਮੀ ਹੋ ਗਏ, ਕਈਆਂ ਨੂੰ ਗੰਭੀਰ ਸੱਟਾਂ ਵੀ ਵੱਜੀਆਂ ਨੇ। ਥੱਲੇ ਖੜੇ ਲੋਕ ਵੀ ਜਿਹੜਾ ਹੈਗਾ ਉਹ ਜ਼ਖਮੀ ਹੋਏ ਨੇ। ਫੇਸ 7 ਦੇ ਦੁਸ਼ਹਿਰਾ ਗਰਾਊਂਡ ਵਿੱਚ ਮੇਲਾ ਲੱਗਿਆ ਹੋਇਆ ਸੀ, ਉੱਥੇ ਹਾਦਸਾ ਵਾਪਰਿਆ। ਪ੍ਰਸ਼ਾਸਨ ਨੇ ਜਾਂਚ ਦੇ ਹੁਕਮ ਦੇ ਦਿੱਤੇ ਨੇ। ਹਾਦਸੇ ਤੋਂ ਬਾਅਦ ਮੇਲੇ ਦੇ ਪ੍ਰਬੰਧਕ ਫਰਾਰ ਦੱਸੇ ਜਾ ਰਹੇ ਨੇ ਔਰ ਇਹ ਤਸਵੀਰ ਜਿਹੜੀ ਹੈਗੀ ਹੈ ਕਿਸ ਤਰੀਕੇ ਇਹ ਜਿਹੜਾ ਹਾਦਸਾ ਵਾਪਰਦਾ ਹੈ। ਝੂਲਾ ਜਿਹੜਾ ਹੈਗਾ ਇਹ ਝੂਲਾ ਸਰਕਲ ਦੇ ਵਿੱਚ ਘੁੰਮਦਾ ਵੀ ਹੈ ਤੇ ਉੱਪਰ ਥੱਲੇ ਵੀ ਇਹ ਜਾਂਦਾ ਹੈ ਲੋਕਾਂ ਨੂੰ ਐਡਵੈਂਚਰਸ ਤਜਰਬਾ ਦੇਣ ਦੇ ਲਈ। ਪਰ ਇਹ ਐਡਵੈਂਚਰ ਜਿਹੜਾ ਸੀਗਾ ਇਹ ਖਤਰਨਾਕ ਸੀਗਾ ਕਿਉਂਕਿ ਇਸ ਐਡਵੈਂਚਰ ਦੇ ਵਿੱਚ ਲੋਕਾਂ ਨੂੰ ਇੰਜ ਲੱਗਿਆ ਕਿ ਉਹਨਾਂ ਦਾ ਸਾਹਮਣਾ ਮੌਤ ਦੇ ਨਾਲ ਹੋ ਰਿਹਾ ਹੈ। ਸ਼ੁਰੂਆਤ ਦੇ ਵਿੱਚ ਜਦੋਂ ਉੱਪਰੋਂ ਥੱਲੇ ਆ ਰਿਹਾ ਸੀਗਾ ਝੂਲਾ ਤਾਂ ਲੋਕਾਂ ਨੂੰ ਲੱਗਿਆ ਕਿ ਸ਼ਾਇਦ ਇਹ ਝੂਲੇ ਦੇ ਵਿੱਚ ਇਸ ਤਰੀਕੇ ਦਾ ਅਰੇਂਜਮੈਂਟ ਹੁੰਦਾ ਹੈ ਕਿ ਉੱਪਰ ਆਏਗਾ, ਥੱਲੇ ਆਏਗਾ, ਫਿਰ ਉੱਪਰ ਆਏਗਾ, ਥੱਲੇ ਆਏਗਾ ਔਰ ਉਸ ਨੂੰ ਘੁਮਾਇਆ ਜਾਏਗਾ। ਲੋਕਾਂ ਨੂੰ ਲੱਗਿਆ ਕਿ ਸ਼ਾਇਦ ਕੋਈ ਐਡਵੈਂਚਰ ਹੋ ਰਿਹਾ ਹੈ, ਪਰ ਜਦੋਂ ਥੱਲੇ ਜਾ ਕੇ ਝੂਲਾ ਨਹੀਂ ਰੁਕਿਆ ਤਾਂ ਲੋਕਾਂ ਨੂੰ ਸਮਝ ਆ ਗਿਆ ਸੀ ਕਿ ਉਹਨਾਂ ਦਾ ਸਾਹਮਣਾ ਮੌਤ ਦੇ ਨਾਲ ਹੋਇਆ ਹੈ। ਤਸਵੀਰ ਜਿਹੜੀ ਨਜ਼ਰ ਆ ਰਹੀ ਹੈ ਤਕਰੀਬਨ 90 ਫੁੱਟ ਦੀ ਉਚਾਈ ਤੋਂ ਇਹ ਦੱਸਿਆ ਜਾ ਰਿਹਾ ਹੈ ਕਿ ਜਿਸ ਤਰੀਕੇ ਥੱਲੇ ਡਿੱਗਿਆ ਆ ਕੇ ਉਸ ਤੋਂ ਬਾਅਦ ਸੱਟ ਵੱਜੀ ਹੈ, ਬੱਚਿਆਂ ਨੂੰ ਵੀ ਸੱਟਾਂ ਵੱਜੀਆਂ ਨੇ, ਜਿਹੜੇ ਹੋਰ ਲੋਕ ਇਸ ਝੂਲੇ ਵਿੱਚ ਸਵਾਰ ਸੀਗੇ ਉਹਨਾਂ ਨੂੰ ਵੀ ਸੱਟਾਂ ਵੱਜੀਆਂ ਨੇ। ਤਸਵੀਰਾਂ ਲਗਾਤਾਰ ਤੁਹਾਨੂੰ ਦਿਖਾ ਰਹੇ ਹਾਂ। ਉਸ ਤੋਂ ਬਾਅਦ ਤਰਥੱਲੀ ਮਚ ਗਈ ਹਰ ਪਾਸੇ। ਜਿਹੜੇ ਪ੍ਰਬੰਧਕ ਸੀਗੇ
ਉਹ ਇਸ ਵੇਲੇ ਫਰਾਰ ਦੱਸੇ ਜਾ ਰਹੇ ਨੇ। ਅਜੇ ਤੱਕ ਪੁਲਿਸ ਵੱਲੋਂ ਮਾਮਲਾ ਦਰਜ ਨਹੀਂ ਕੀਤਾ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਨਹੀਂ ਕੀਤਾ ਹੈ ਔਰ ਮੇਰੇ ਸਹਿਯੋਗੀ ਮਨੋਜ ਰਾਠੀ ਉਸ ਥਾਂ ਤੇ ਮੌਜੂਦ ਨੇ ਜਿੱਥੇ ਮੇਲਾ ਲੱਗਿਆ ਸੀ, ਜਿੱਥੇ ਇਹ ਹਾਦਸਾ ਵਾਪਰਿਆ ਔਰ ਇਸ ਮੇਲੇ ਦੇ ਵਿੱਚ ਜਿਹੜਾ ਹੈਗਾ ਮਨੋਜ ਐਡਵੈਂਚਰ ਕਰਨ ਲਈ ਗਏ ਲੋਕਾਂ ਦੇ ਲਈ ਇਹ ਡੈਡਲੀ ਐਡਵੈਂਚਰ ਹੋ ਗਿਆ ਸੀ। ਮੌਤ ਦੇ ਨਾਲ ਸਾਹਮਣਾ ਹੋ ਗਿਆ ਸੀਗਾ ਲੋਕਾਂ ਦਾ। ਜਿਸ ਤਰੀਕੇ ਇਹ ਹਾਦਸਾ ਵਾਪਰਿਆ ਉਸਨੇ ਬਹੁਤੇ ਲੋਕਾਂ ਦੇ ਜ਼ਿਹਨ ਵਿੱਚ ਵੈਸੇ ਵੀ ਡਰ ਪੈਦਾ ਕੀਤਾ ਹੈ। ਅੱਗਿਓਂ ਵੀ ਲੋਕ ਅਜਿਹੇ ਝੂਲਿਆਂ ਤੇ ਜਦੋਂ ਝੂਲੇ ਲੈਣ ਲਈ ਜਾਣਗੇ ਤਾਂ ਡਰ ਜਿਹੜਾ ਹੈਗਾ ਕਾਇਮ ਹੋ ਗਿਆ ਇਸ ਹਾਦਸੇ ਨੂੰ ਦੇਖ ਕੇ। ਮਨੋਜ ਬਿਲਕੁਲ ਗਗਨ, ਤੁਸੀਂ ਸਹੀ ਜ਼ਿਕਰ ਕੀਤਾ ਕਿਉਂਕਿ ਜਿਹੜੀ ਤਸਵੀਰਾਂ ਸਾਹਮਣੇ ਆਈਆਂ, ਅਸੀਂ ਉੱਥੇ ਹੀ ਮੌਜੂਦ ਹੈ ਜਿਹੜੇ ਝੂਲੇ 'ਚ ਇਹ ਸਾਰਾ ਹਾਦਸਾ ਵਾਪਰਿਆ। ਅਸੀਂ ਉੱਥੇ ਹੀ ਮੌਜੂਦ ਹਾਂ। ਮੋਹਾਲੀ ਦੇ ਫੇਸ 7 ਜਿਹੜਾ ਮੇਲਾ ਗਰਾਊਂਡ ਹੈ, ਕਾਫੀ ਦਿਨਾਂ ਤੋਂ ਚੱਲ ਰਿਹਾ ਤੇ ਐਕਸਟੈਂਡ ਵੀ ਕੀਤਾ ਗਿਆ ਸੀਗਾ 11 ਤਰੀਕ ਤੱਕ, ਲੇਕਿਨ ਦੇਰ ਸ਼ਾਮ ਅਚਾਨਕ ਇਹ ਜਿਹੜਾ ਹਾਦਸਾ ਹੋਇਆ ਸਾਰਿਆਂ ਦੇ ਰੌਂਗਟੇ ਖੜ ਗਏ। ਜਿੱਦਾਂ ਇਹ ਤਸਵੀਰਾਂ ਆਈ, ਜਿੱਦੇ ਇੱਥੇ ਲੋਕ ਜਿਹੜੇ ਮੌਜੂਦ ਸੀਗੇ, ਬੜੀ ਹੈਰਾਨ ਕਰ ਦੇਣੇ ਵਾਲੀ ਗੱਲ ਹੈ ਕਿ ਇਹ ਲਾਪਰਵਾਹੀ ਕਹਿ ਸਕਦੇ ਹਾਂ ਕਿ ਇੱਕ ਵੱਡੀ ਲਾਪਰਵਾਹੀ ਹੋ ਸਕਦੀ ਹੈ ਇਹਦੇ ਵਿੱਚ, ਕਿਉਂਕਿ ਜਿਸ ਤਰ੍ਹਾਂ ਦੀ ਚੀਜ਼ਾਂ, ਜਿਸ ਤਰ੍ਹਾਂ ਦੀ ਤਸਵੀਰਾਂ ਇਹ ਰਾਤ ਨੂੰ ਕੈਪਚਰ ਹੋਈ ਹੈ, ਵੀਡੀਓ ਜਿਹੜੀ ਬਣੀ ਹੈ, ਇਹ ਜਿਹੜੀ ਹੁਣ ਸਮਝਣ ਦੀ ਅਸੀਂ ਕੋਸ਼ਿਸ਼ ਕੀਤੀ ਹੈ ਕਿ ਜਿਹੜੀ ਇਹ ਵਾਇਰ ਹੈ ਇਹ ਟੁੱਟੀ ਹੈ। ਯਾਨੀ ਕਿ ਇਹ ਸਾਰਾ ਜਿਹੜਾ ਝੂਲਾ ਹੈ ਇਹ ਇਸ ਤਰ੍ਹਾਂ ਦੀ ਜਿਹੜੀ ਵਾਇਰ ਹੈ, 3-4 ਜਿਹੜੀ ਵਾਇਰਸ ਤੋਂ ਇਹ ਸਾਰਾ ਕੰਟਰੋਲ ਹੁੰਦਾ ਹੈ। ਇਹ ਵਾਇਰ ਟੁੱਟੀ ਤਾਂ ਉਸ ਤੋਂ ਬਾਅਦ ਇਹ ਸਾਰਾ ਜਿਹੜਾ ਝੂਲਾ ਹੈ ਉੱਪਰ ਤੋਂ ਸਿੱਧਾ ਨੀਚੇ ਜਿਹੜਾ ਡਿੱਗ ਪਿਆ, ਜਿਹਦੇ ਵਿੱਚ ਬੱਚੇ ਸੀਗੇ ਛੋਟੇ ਤੇ ਜਿਹੜੀ ਲੇਡੀਜ਼ ਉਹ ਸੀਗੀ ਮੌਜੂਦ। ਤੇ ਉਸ ਤੋਂ ਬਾਅਦ ਇੱਥੇ ਜਿਹੜਾ ਹੈਗਾ ਉਹ ਕਾਫੀ, ਜਿੱਦਾਂ ਤਸਵੀਰਾਂ ਵੀ ਤੁਸੀਂ ਵੇਖੋ, ਕਾਫੀ ਇੱਥੇ ਜਿਹੜਾ ਹੈਗਾ ਸਨਸਨੀ ਫੈਲ ਗਈ। ਇੱਥੇ ਲੋਕੀ ਜਿਹੜੇ ਆ ਉਹ ਇੱਥੇ ਭੱਜੇ, ਜਿਹੜੇ ਵੀ ਇੱਥੇ ਇੰਜਰਡ ਹੋਏ ਸੀਗੇ ਉਹਨਾਂ ਨੂੰ ਹਸਪੀਟਲ ਲੈ ਕੇ ਜਾਇਆ ਗਿਆ। ਔਰ ਉਸ ਤੋਂ ਬਾਅਦ ਕਿਸੇ ਨੂੰ ਜਿਹੜੇ ਪਰਿਵਾਰਿਕ ਮੈਂਬਰ ਨੇ, ਕਿਸੇ ਨੂੰ 6 ਫੇਸ ਹਸਪਤਾਲ, ਕਿਸੇ ਨੂੰ ਫੋਰਟਿਸ, ਕਿਸੇ ਨੂੰ 32, ਕਿਸੇ ਨੂੰ 16, ਇੱਦਾਂ ਜਿਹੜੇ ਹੈਗੇ ਲੋਕ ਜਿਹੜੇ ਹੈਗੇ ਉਹਨੂੰ ਲੈ ਕੇ ਗਏ। ਇਹ ਤਸਵੀਰਾਂ ਨੇ ਤੁਸੀਂ ਵੇਖੋ। ਅਸੀਂ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ ਗਗਨ ਕਿ ਹੋਇਆ ਕੀ ਸੀ, ਕਿਉਂਕਿ ਹੁਣ ਤੱਕ ਦੀ ਜਿਹੜੀ ਜਾਣਕਾਰੀ ਮਿਲ ਰਹੀ ਹੈ ਕਿ ਇਹਦੇ ਵਿੱਚ ਹੁਣ ਟੈਕਨੀਕਲ ਹੈਗੀ ਹੈ, ਲਾਪਰਵਾਹੀ ਹੈ, ਕਿਉਂਕਿ ਇਹ ਜਿਹੜੇ ਝੂਲੇ ਨੇ ਇਹ ਪੂਰਾ ਉੱਪਰ ਤੱਕ ਜਾਂਦੇ ਨੇ ਘੁੰਮਦੇ ਹੋਏ, ਜਿੱਦਾਂ ਤੁਸੀਂ ਤਸਵੀਰਾਂ ਵੀ ਵੇਖ ਸਕਦੇ ਹੋ। ਲੇਕਿਨ ਹੁਣ ਜਿਹੜੀ ਇਹਦੇ ਵਿੱਚ ਹੁਣ ਜਿਹੜੀ ਚੀਜ਼ਾਂ ਆਈ ਹੈ, ਹੁਣ ਇਹਦੇ ਵਿੱਚ ਜਿਹੜੀ ਵੀ ਇਹ ਟੈਕਨੀਕਲ ਜਾਂ ਲਾਪਰਵਾਹੀ ਕਹਿ ਸਕਦੇ ਹਾਂ ਕਿ ਲਾਪਰਵਾਹੀ ਜਿਹੜੀ ਹੈ ਉਹ ਸਾਹਮਣੇ ਆਈ ਹੈ। ਉਹਨੂੰ ਲੈ ਕੇ ਹੁਣ ਪੂਰਾ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਤੇ ਉਹਨਾਂ ਦੇ ਜਿਹੜੇ ਬਿਆਨ ਹੈ ਉਹ ਵੀ ਦਿੱਤੇ ਜਾ ਰਹੇ। ਜਿਹੜੇ ਬਿਆਨ ਹੈ, ਜਿਹੜੇ ਲੋਕ ਇੰਜਰਡ ਹੋਏ ਸੀ ਉਹਨਾਂ ਦੇ ਜਿਹੜੇ ਬਿਆਨ ਹੈ ਉਹ ਵੀ ਲਿੱਤੇ ਜਾ ਰਹੇ ਗਗਨ। ਇਹਦੇ ਵਿੱਚ ਕਿਉਂਕਿ ਲਾਪਰਵਾਹੀ, ਇਹ ਚੱਪਲਾਂ ਵੀ ਇਦਾਂ ਹੀ ਪਈ ਹੈ। ਤਸਵੀਰਾਂ ਤੁਹਾਨੂੰ ਦੁਬਾਰਾ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਇਹ ਜਿਹੜੇ ਬੱਚੇ ਆ ਉਹ ਲੇਡੀਜ਼ ਇੱਥੇ ਕਰ ਰਹੇ ਸੀਗੇ, ਉਹਨਾਂ ਦੀ ਚੱਪਲਾਂ ਉਹ ਸਾਰੀ ਇੱਥੇ ਹੀ ਪਈ ਹੈ ਹਜੇ ਤੱਕ, ਕਿਉਂਕਿ ਇੱਥੋਂ ਜਿਹੜੇ ਪ੍ਰਬੰਧਕ ਸੀਗੇ, ਜਿਹਦੀ ਅਸੀਂ ਪਹਿਲਾਂ ਵੀ ਜਾਣਕਾਰੀ ਦਿੱਤੀ ਸੀ, ਉਹ ਇੱਥੋਂ ਭੱਜ ਗਏ। ਇੰਨੀ ਤੇਜ਼ ਪ੍ਰੈਸ਼ਰ ਹੋਇਆ, ਇੰਨੀ ਤੇਜ਼ ਜਿਹੜੇ ਝੂਲੇ ਹੈ ਉਹ ਗਿਰੇ ਕਿ ਇਹਨਾਂ ਦੇ ਇਹ ਦੇਖੋ, ਇਹ ਸਾਰੀ ਇਹ ਵੀ ਟੁੱਟ ਗਏ। ਇਹ ਪੂਰੀ ਜਿਹੜੀ ਸੀਟਸ ਨੇ ਇਹਨਾਂ ਦੇ ਇਹ ਵੀ ਟੁੱਟ ਗਏ, ਕਿਉਂਕਿ ਬਹੁਤ ਤੇਜ਼ੀ ਨਾਲ ਇਹ ਇੱਕਦਮ ਥੱਲੇ ਨੂੰ ਗਿਰੇ। ਹਾਲਾਂਕਿ ਇਹਦੇ ਵਿੱਚ ਬੈਲਟ ਸਿਰਫ ਨਾ ਮਾਤਰ ਹੈ, ਬੈਲਟ ਇੱਥੇ ਲੱਗਦੀ ਨਹੀਂ ਹੈ, ਇਹ ਜਸਟ ਇੱਕ ਬੈਲਟ ਲੱਗਦੀ ਨਹੀਂ ਹੈ, ਇਹ ਜਸਟ ਇੱਕ ਜਿਹੜਾ ਹੈ ਕਹਿ ਸਕਦੇ ਕਿ ਸਿਰਫ ਬੈਲਟਾਂ ਦੇ ਨਾਂ ਤੇ ਸਿਰਫ ਜਸਟ ਇਹਨਾਂ ਨੇ ਰੱਖਿਆ ਹੋਇਆ ਹੈ। ਲੇਕਿਨ ਕਹਿ ਸਕਦੇ ਕਿ ਇੰਨੀ ਵੱਡੀ ਜਿਹੜੀ ਲਾਪਰਵਾਹੀ ਹੈ, ਇਸ ਤਰ੍ਹਾਂ ਦੀ ਜਿਹੜੀ ਚੀਜ਼ਾਂ ਹੈ ਉਹ ਜ਼ਰੂਰ ਵੇਖਣ ਨੂੰ ਮਿਲ ਰਹੀ ਹੈ ਕਿ ਆਖਿਰ ਇਸ ਦੀ ਮੇਨਟੇਨੈਂਸ ਨੂੰ ਲੈ ਕੇ ਜਾਂ ਫਿਰ ਜਿਹੜੀ ਵੀ ਇਹ ਤਿਆਰ ਕੀਤੀ ਗਈ ਹੈ, ਇਹਨੇ ਇਹ ਇੰਨਾ ਵੱਡਾ ਰਿਸਕ ਲਿੱਤਾ ਕਿਉਂ ਗਿਆ। ਇਹ ਹੁਣ ਪ੍ਰਸ਼ਾਸਨ ਦੇ ਜਿਹੜੇ ਅਧਿਕਾਰੀ ਹੈ ਉਹਨਾਂ ਨਾਲ ਵੀ ਅਸੀਂ ਗੱਲਬਾਤ ਕੀਤੀ ਹੈ ਤਾਂ ਉਹਨਾਂ ਦਾ ਸਾਫ਼ ਤੌਰ ਤੇ ਕਹਿਣਾ ਕਿ ਪੂਰੀ ਇਹਦੇ ਵਿੱਚ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ। ਜਿਹੜਾ ਵੀ ਇਹਦੇ ਵਿੱਚ ਜਿਹਦੀ ਵੀ ਲਾਪਰਵਾਹੀ ਉਹਦੇ ਖਿਲਾਫ ਮਾਮਲਾ ਦਰਜ ਹੋਗਾ। ਮਾਮਲਾ ਦਰਜ ਕਰਨ ਦੀ ਜਿਹੜੀ ਤਿਆਰੀ ਹੈ ਉਹ ਕੀਤੀ ਜਾ ਰਹੀ ਹੈ। ਸਾਡੀ ਜਿਹੜੇ ਪੁਲਿਸ ਅਫਸਰ ਹੈ ਉਹਨਾਂ ਨਾਲ ਵੀ ਗੱਲਬਾਤ ਹੋਈ ਹੈ। ਬਿਆਨ ਜਿਹੜੇ ਆ ਉਹ ਲੋਕਾਂ ਦੇ ਜਿਹੜੇ ਵੀ ਇੰਜਰਡ ਲੋਕ ਨੇ ਉਹਨਾਂ ਦੇ ਬਿਆਨ ਜਿਹੜੇ ਲਿੱਤੇ ਜਾ ਰਹੇ, 6 ਫੇਸ ਹਸਪਤਾਲ 'ਚ ਬਿਆਨ ਲੈ ਕੇ ਮਾਮਲਾ ਦਰਜ ਕਰਨ ਦੀ ਜਿਹੜੀ ਤਿਆਰੀ ਹੈ ਉਹ ਕੀਤੀ ਜਾ ਰਹੀ ਹੈ। ਬਹੁਤ ਵੱਡਾ ਹਾਦਸਾ ਕਹਿ ਸਕਦੇ ਹਾਂ ਗਗਨ। ਇਹਦੇ ਵਿੱਚ ਜਿਹੜੀ ਹੈਗੀ ਇਹ ਵਾਇਰ, ਇਹ ਪੂਰੀ ਜਿਹੜੀ ਤਾਰਾ ਅਸੀਂ ਦੇਖ ਰਹੇ ਇਹੀ ਟੁੱਟੀ ਸੀ, ਇਹੀ ਟੁੱਟ ਕੇ ਸਿੱਧਾ ਥੱਲੇ ਗਿਰੀ ਕਿ ਤੇ ਕਰੀਬ 15 ਤੋਂ 16 ਕਿਉਂਕਿ ਬੱਚੇ ਵੀ ਇਹਦੇ ਸ਼ਾਮਿਲ ਨੇ, ਮਹਿਲਾ ਵੀ ਇਹਦੇ ਵੀ ਸ਼ਾਮਿਲ ਨੇ, ਹੋਰ ਵੀ ਜਿਹੜੇ ਲੋਕ ਨੇ ਆਸੇ-ਪਾਸੇ ਉਹਨਾਂ ਨੂੰ ਵੀ ਕਾਫੀ ਜਿਹੜੀ ਹੈ ਇੰਜਰੀ ਸਾਹਮਣੇ ਆਈ ਹੈ, ਜਿਨ੍ਹਾਂ ਨੂੰ ਹਸਪੀਟਲ ਨਾਲ ਦੇ ਨਾਲ ਹੀ ਜਿਨ੍ਹਾਂ ਨੂੰ ਹਸਪੀਟਲ ਜਿਹੜਾ ਹੈ ਉਹ ਲੈ ਕੇ ਜਾਇਆ ਗਿਆ। ਹਾਲਾਂਕਿ ਮੌਕੇ ਤੋਂ ਜਿਹੜੇ ਵੀ ਇੱਥੇ ਦੇ ਜਿਹੜੇ ਪ੍ਰਬੰਧਕ ਸੀਗੇ ਉਹ ਮੌਕੇ ਤੇ ਫਰਾਰ ਹੋ ਗਏ ਸੀ, ਜਿਹੜੀ ਹੁਣ ਤੱਕ ਦੀ ਜਾਣਕਾਰੀ ਜਿਹੜੀ ਮਿਲ ਰਹੀ ਹੈ। ਉਸ ਤੋਂ ਬਾਅਦ ਹੁਣ ਕਾਰਵਾਈ ਕੀ ਹੈ, ਕਿਉਂਕਿ ਐਸਡੀਐਮ ਨਾਲ ਜਿਹੜੇ ਐਸਡੀਐਮ ਮੌਕੇ ਤੇ ਪਹੁੰਚੇ ਸੀਗੇ ਉਹ ਵੀ ਇੱਥੇ ਮੌਜੂਦ ਸੀ ਰਾਤ ਨੂੰ। ਉਸ ਤੋਂ ਬਾਅਦ ਪੁਲਿਸ ਜਿਹੜੇ ਅਫਸਰ ਹੈ ਉਹ ਵੀ ਮੌਕੇ ਤੇ ਮੌਜੂਦ। ਇਹ ਪੂਰਾ ਜਿਹੜਾ ਤੁਸੀਂ ਦੇਖੋ ਇਹ ਪੂਰਾ ਗਰਾਊਂਡ ਹੈ, ਇਹ ਪੂਰਾ ਮੇਲਾ ਗਰਾਊਂਡ ਹੈ, ਜਿੱਥੇ ਕਿਉਂਕਿ ਸੰਡੇ ਸੀਗਾ, ਕੱਲ ਸੰਡੇ ਨੂੰ ਕਾਫੀ ਰਸ਼ ਦਾ ਸਮਾਂ ਸੀ, ਪੂਰਾ ਰਸ਼ ਸੀਗਾ। ਇੱਥੇ ਕਾਫੀ ਬੱਚੇ, ਉਹਨਾਂ ਦੀ ਫੈਮਿਲੀ ਜਿਹੜੇ ਲੋਕ ਨੇ ਉਹ ਇੱਥੇ ਪਹੁੰਚੇ ਹੋਏ ਸੀ। ਔਰ ਜਿਸ ਟਾਈਮ ਇਹ ਜਿਹੜਾ ਹਾਦਸਾ ਵਾਪਰਿਆ ਉਸ ਟਾਈਮ ਕਾਫੀ ਜਿਹੜਾ ਹੈ ਰਸ਼ ਸੀਗਾ, ਕਾਫੀ ਜਿਹੜਾ ਮੇਲਾ ਉੱਥੇ ਲੱਗਿਆ ਹੋਇਆ ਸੀਗਾ। ਪੂਰੇ ਜਿਹੜੇ ਝੂਲੇ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਨੇੜੇ ਤੇੜੇ ਸਾਰੇ ਝੂਲੇ ਜਿਹੜੇ ਆ ਉਹ ਲੱਗੇ ਹੋਏ ਸੀਗੇ। ਲੇਕਿਨ ਇਹ ਕਿਉਂਕਿ ਇਹਦੇ ਵੀ ਸਵਾਲ ਹੋਰ ਹੈ ਗਗਨ, ਇਹਦੇ ਵਿੱਚ ਇੱਕ ਸਵਾਲ ਹੋਰ ਹੈ ਜਿਹੜੀ ਅਸੀਂ ਕੋਸ਼ਿਸ਼ ਕੀਤੀ ਜਾਣਨ ਦੀ ਕਿ ਇਹ ਜਿਹੜਾ ਝੂਲਾ ਹੈ ਉਹ
ਉਹਦੀ ਪਰਮਿਸ਼ਨ ਹੈਗੀ ਜਾਂ ਨਹੀਂ ਹੈ। ਕਾਰਨ ਇਹ ਕੀ ਹੈ, ਕਿਉਂਕਿ ਇਹ ਬਹੁਤ ਉਚਾਈ ਤੇ ਝੂਲਾ ਹੈ ਤੇ ਹੁਣ ਇਹਦੀ ਕਿਉਂਕਿ ਇਸ ਤਰ੍ਹਾਂ ਦੀ ਜਿਹੜੀ ਪਰਮਿਸ਼ਨ ਲੈਣੀ ਹੁੰਦੀ ਹੈ ਕਿ ਇੱਕ ਮੇਲੇ ਦੀ ਤਾਂ ਤੁਸੀਂ ਪਰਮਿਸ਼ਨ ਲੈ ਲਈ, ਕਿਉਂਕਿ ਇਸ ਤਰ੍ਹਾਂ ਦੇ ਜਿਹੜੇ ਝੂਲੇ ਹੁੰਦੇ ਕਾਫੀ ਸੈਂਸਿਟਿਵ ਝੂਲੇ ਹੁੰਦੇ ਆ, ਉਹਦੀ ਪੂਰੀ ਮੇਨਟੇਨੈਂਸ, ਉਹਦੀ ਪੂਰਾ ਤਰੀਕੇ ਨਾਲ ਜਿਹੜਾ ਹੈਗਾ ਉਹ ਬੰਨ ਕੇ, ਕਿਉਂਕਿ ਇਹ ਬਿਲਕੁਲ ਥੱਲੇ ਤੋਂ ਇਹ ਕਾਫੀ ਕਹਿ ਸਕਦੇ ਕਿ ਉਚਾਈ ਜਿਹੜੀ ਹੈਗੀ 40 ਜਿਹੜੀ ਮੀਟਰ 40-50 ਮੀਟਰ ਦੀ ਜਿਹੜੀ ਉਚਾਈ ਹੋਣੀ ਹੈ, ਇਹਦੇ ਵਿੱਚ ਪੂਰੀ ਪਰਮਿਸ਼ਨ ਲੈ ਕੇ ਜਾਂ ਪੂਰਾ ਮੇਨਟੇਨੈਂਸ ਜਾਂ ਪੂਰਾ ਕੌਨਫੀਡੈਂਸ ਹੋ ਕੇ ਉਸ ਤੋਂ ਬਾਅਦ ਇਹ ਸ਼ੁਰੂ ਕੀਤਾ। ਇਹਦੇ ਵਿੱਚ ਹੋਇਆ ਕੀ ਹੈ ਕਿ ਕੰਟੀਨਿਊ ਇਹ ਚੱਲਦਾ ਰਿਹਾ, ਜਿਹੜੇ ਵੀ ਇੱਥੇ ਆਂਦੇ ਗਏ ਉਹਨਾਂ ਨੂੰ ਪੈਸੇ, ਇਹਨਾਂ ਦੇ ਪੈਸੇ ਬਣਦੇ ਗਏ, ਇਹਨਾਂ ਨੇ ਬਿਠਾਇਆ ਉੱਪਰ, ਫਿਰ ਥੱਲੇ, ਫਿਰ ਉੱਪਰ, ਫਿਰ ਥੱਲੇ, ਫਿਰ ਉੱਪਰ। ਇਹਦਾ ਹੁੰਦਾ ਕੀ ਹੈ, ਤੁਸੀਂ ਵਿੱਚ ਬ੍ਰੇਕ ਦਿੱਤੀ ਹੈ, ਤੁਸੀਂ ਦੇਖਿਆ, ਚੈੱਕ ਕੀਤਾ ਕਿ ਕੋਈ ਵਾਇਰ ਤਾਂ ਨਹੀਂ ਢਿੱਲੀ ਹੋਗੀ, ਕਿਉਂਕਿ ਕੰਟੀਨਿਊ ਝੂਲਾ ਜਿਹੜਾ ਚੱਲ ਰਿਹਾ ਹੈ। ਤੁਸੀਂ ਹੁਣ ਟੈਕਨੀਕਲੀ ਚੀਜ਼ ਸਮਝੋ, ਕੋਈ ਵੀ ਚੀਜ਼ ਚੱਲ ਰਹੀ ਹੈ ਉੱਪਰ ਨੀਚੇ ਚੱਲ ਰਹੀ ਹੈ ਤਾਂ ਤੁਸੀਂ ਉਹਨੂੰ ਵਿੱਚ ਤੁਸੀਂ ਬ੍ਰੇਕ ਦੇ ਕੇ ਉਹਨੂੰ ਤੁਸੀਂ ਚੈੱਕ ਕਰੋ ਕਿ ਤਾਰਾ ਜਿਹੜੀ ਹੈ ਉਹ ਠੀਕ ਹੈ, ਤਾਰਾ ਜਿਹੜੀ ਹੈਗੀ ਉਹ ਟਾਈਟ ਹੈ। ਇਹ ਦੇਖਿਆ ਨਹੀਂ ਗਿਆ ਔਰ ਇਸੇ ਕਰਕੇ ਇੱਕ ਲਾਪਰਵਾਹੀ ਕਹਿ ਸਕਦੇ ਹਾਂ ਕਿ ਲਾਪਰਵਾਹੀ, ਹਾਲਾਂਕਿ ਇਹ ਤਾਰ ਜਿਹੜੀ ਹੈ ਲੋਹੇ ਦੀ ਤਾਰ ਹੈ, ਪੂਰੀ ਬੜੀ ਮਜ਼ਬੂਤ ਤਾਰ ਹੈ, ਲੇਕਿਨ ਇਹ ਵੀ ਟੁੱਟ ਗਈ। ਬੜੀ ਹੈਰਾਨ ਕਰ ਦੇਣੇ ਵਾਲੀ ਗੱਲ ਹੈ ਕਿ ਕੰਟੀਨਿਊ ਜਿਹੜਾ ਚੱਲਿਆ ਲੋਹੇ ਦੀ ਤਾਰ ਹੋਣ ਦੇ ਨਾਲ ਹੀ ਝੂਲਾ ਜਿਹੜਾ ਚੱਲਿਆ ਮਨੋਜ, ਲੋਹੇ ਦੀ ਤਾਰ ਹੈ ਔਰ ਇਸ ਦੇ ਨਾਲ ਹੀ ਇੱਕ ਰਿਸਕ ਹੋਰ ਜਿਹੜਾ ਵੱਡਾ ਪੈਦਾ ਹੁੰਦਾ ਹੈ, ਕਿਉਂਕਿ ਆਲੇ ਦੁਆਲੇ ਬਿਜਲੀ ਦੀ ਫਿਟਿੰਗ ਵੀ ਹੈਗੀ ਹੈ, ਲਾਈਟਿੰਗ ਵੀ ਹੈਗੀ ਹੈ। ਜੇਕਰ ਇਹ ਤਾਰ ਗਲਤੀ ਦੇ ਨਾਲ ਕਿਸੇ ਬਿਜਲੀ ਦੀ ਤਾਰ ਦੇ ਨਾਲ ਕਨੈਕਟ ਹੋ ਜਾਂਦੀ ਜਾਂ ਉਸ ਦੇ ਵਿੱਚ ਕਰੰਟ ਹੁੰਦਾ ਤਾਂ ਹਾਦਸੇ ਦੀ ਭਿਆਨਕਤਾ ਕਿੰਨੀ ਵੱਡੀ ਹੋ ਸਕਦੀ ਸੀਗੀ, ਇਹ ਆਪਣੇ ਆਪ ਵਿੱਚ ਵੱਡਾ ਸਵਾਲ ਹੈ। ਬਿਲਕੁਲ ਇਹ ਇੱਕ ਪੁਆਇੰਟ ਹੈ ਗਗਨ, ਕਿਉਂਕਿ ਇਹ ਜਿਹੜੀ ਵਾਇਰਸ ਨੇ ਇਹ ਵੀ ਲੋਹੇ ਦੀ ਹੈ, ਕਿਉਂਕਿ ਇਹਦੇ ਵਿੱਚ ਜਿਹੜੀ ਵੀ ਅੰਦਰ ਦੀ ਕੋਸ਼ਿਸ਼ ਕਰਦੇ ਆ ਕਿ ਅੰਦਰ ਦਿਖਾਉਣ ਦੀ ਤਸਵੀਰਾਂ ਕਿ ਅੰਦਰ ਵੀ ਮੋਟਰਾਂ ਲੱਗੀ ਹੋਈ ਹੈ। ਇਹ ਜਿਹੜੀ ਚੱਲਦੀ ਹੈ ਪੂਰਾ ਇੱਕ ਸਿਸਟਮ ਜਿਹੜਾ ਬਣਾਇਆ ਹੋਇਆ ਹੈ, ਇੱਕ ਵਾਇਰਸ ਜਿਹੜੀ ਲਾਈ ਹੋਈ ਹੈ, ਉਹਦੇ ਨਾਲ ਮੋਟਰਸ ਲਾਈ ਹੋਈਆਂ, ਬਿਜਲੀ ਦੇ ਨਾਲ ਕਨੈਕਸ਼ਨ ਜਿਹੜਾ ਹੈ ਉਹ ਦਿੱਤਾ ਗਿਆ ਹੈ, ਉਹਦੇ ਨਾਲ ਸਾਈਡ ਤੇ ਇਹਦਾ ਜਿਹੜਾ ਕੰਟਰੋਲ ਸਿਸਟਮ ਜਿਹੜਾ ਉਹ ਬਣਾਇਆ ਗਿਆ ਹੈ, ਕਿਉਂਕਿ ਇਹ ਝੂਲਾ ਜਿਹੜਾ ਹੈ ਨੀਚੇ ਤੋਂ ਬਿਲਕੁਲ ਉੱਪਰ ਤੋਂ ਫਿਰ ਘੁੰਮਦਾ ਹੋਇਆ ਬਿਲਕੁਲ ਥੱਲੇ, ਇਹ ਸਾਰਾ ਸਿਸਟਮ ਜਿਹੜਾ ਹੈ ਉਹ ਨੀਚੇ ਦਿੱਤਾ ਹੋਇਆ। ਇਹ ਤੁਸੀਂ ਬੜਾ ਵਾਜਿਬ ਪੁਆਇੰਟ ਹੈ ਕਿ ਜੇਕਰ ਇਹ ਜਿਸ ਤਰ੍ਹਾਂ ਦੀ ਇਹ ਵਾਇਰ ਗਿਰੀ ਹੈ, ਜਿਸ ਤਰ੍ਹਾਂ ਦੀ ਇਹ ਤਾਰਾਂ ਗਿਰੀਆਂ, ਉਸ ਤੋਂ ਬਾਅਦ ਇਹ ਦਿਖਾਉਂਦੇ ਤੁਹਾਨੂੰ ਤਸਵੀਰਾਂ ਕਿ ਇਹ ਕੰਟਰੋਲ ਰੂਮ ਜਿਹੜਾ ਹੈਗਾ, ਕੰਟਰੋਲ ਸਿਸਟਮ ਜਿਹੜਾ ਬਣਾਇਆ ਗਿਆ, ਇਹ ਕੰਟਰੋਲ ਸਿਸਟਮ ਹੈ। ਇਹ ਤਸਵੀਰਾਂ ਤੁਸੀਂ ਵੇਖੋ, ਇੱਥੇ ਵੀ ਭੱਜ ਗਏ ਹੋ, ਇਹ ਸਾਰੀ ਵਾਇਰ, ਇਹ ਚਾਬੀਆਂ ਚੂਬੀਆਂ ਵੀ ਇੱਥੇ ਲੱਗੀ ਹੋਈ ਹੈ, ਇਹ ਸਾਰੀ ਜਿਹੜੀ ਹੈਗੀ ਹੈ ਕੰਟਰੋਲ ਸਿਸਟਮ ਜਿਹੜਾ ਹੈਗਾ ਉੱਪਰ ਲੈ ਕੇ ਜਾਣਾ, ਥੱਲੇ ਲੈ ਕੇ, ਇਹ ਥੱਲੇ ਨੂੰ ਹੈਗੀ ਹੈ, ਇਹ ਉੱਪਰ ਨੂੰ ਹੈ, ਇਹ ਸਾਰੀ ਹੁਣ ਤੱਕ ਦੀ ਔਨ ਹੈਗੀ ਹੈ, ਵਾਇਰ ਵੂਰ ਲੱਗੀ ਹੋਈ ਹੈ, ਪੂਰੀ ਔਨ ਹੈ ਹਜੇ ਤੱਕ। ਇੱਥੋਂ ਸਾਰੇ ਕੰਟਰੋਲ ਸਿਸਟਮ ਹੁੰਦਾ ਔਰ ਇਹ ਸਾਰਾ ਦੇਖੋ ਤੁਸੀਂ, ਜਿੰਨਾ ਵੀ ਸਮਾਨ ਸਮੂਨ ਛੱਡ ਕੇ ਜਿਹੜੇ ਵੀ ਇੱਥੇ ਕਰ ਰਹੇ ਸੀਗੇ ਉਹ ਸਾਰੇ ਭੱਜ ਗਏ। ਸਮਾਨ ਸਮੂਨ ਜਿਹੜੀ ਟੈਂਟ ਟੁੰਟ 'ਚ ਲਾਇਆ ਹੋਇਆ, ਇਹਨਾਂ ਦਾ ਸਮਾਨ ਵੀ ਪਿਆ ਹੈ, ਖਾਣ ਦਾ ਪੀਣ ਦਾ, ਹੋਰ ਇਹ ਸਾਰਾ ਇੱਥੋਂ ਭੱਜ ਗਏ, ਇਸ ਤਰ੍ਹਾਂ ਹੀ ਛੱਡ ਕੇ ਜਿਹੜਾ ਹੈ ਉਹ ਭੱਜ ਗਏ। ਹੁਣ ਸਵਾਲ ਇਹਦੇ ਵਿੱਚ ਕਈ ਨੇ ਕਿ ਲਾਪਰਵਾਹੀ ਕਿਸ ਤਰ੍ਹਾਂ ਦੀ ਹੈ, ਇੱਕਦਮ ਧਮਾਕਾ ਹੋਇਆ, ਇੱਕਦਮ ਥੱਲੇ ਗਿਰਿਆ ਤੇ ਕਾਫੀ ਜਿਹੜੇ ਬੱਚੇ ਸੀਗੇ ਛੋਟੇ ਤਸਵੀਰਾਂ ਤੁਸੀਂ ਵੇਖੋ, ਤਸਵੀਰਾਂ ਦੇਖ ਕੇ ਬਿਲਕੁਲ ਅੰਦਾਜ਼ਾ ਲਾਇਆ ਜਾ ਸਕਦਾ ਹੈ ਗਗਨ ਕਿ ਕਿਸ ਤਰ੍ਹਾਂ ਦਾ ਉਸ ਟਾਈਮ ਜਿਹੜਾ ਹੈਗਾ ਉਹ ਮਾਹੌਲ ਸੀਗਾ, ਕਿਸ ਤਰ੍ਹਾਂ ਦੀ ਸਿਚੁਏਸ਼ਨ ਸੀ। ਤਾਂ ਕਹਿ ਸਕਦੇ ਹਾਂ ਹੁਣ ਕਿ ਪੂਰੀ ਜਿਹੜੀ ਹੈ ਉਹ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ, ਪੂਰਾ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ, ਮੋਟਰਾਂ ਲੱਗੀ ਹੈ। ਤੁਸੀਂ ਜਿਹੜਾ ਸਵਾਲ ਕੀਤਾ ਹੈ ਬੜਾ ਕਹਿ ਸਕਦੇ ਹਾਂ ਕਿ ਉਹ ਵੀ ਵੱਡਾ ਹਾਦਸਾ ਹੋ ਸਕਦਾ ਸੀਗਾ, ਕਿਉਂਕਿ ਇਹ ਪੂਰੀ ਜਿਹੜੀ ਇੱਕ ਬਿਜਲੀ ਦੀ ਤਾਰਾਂ ਲੱਗੀ ਹੋਈ ਹੈ ਸਾਈਡ ਤੇ, ਇੱਕ ਬਿਜਲੀ ਤੋਂ ਚੱਲਦੀ ਹੈ ਸਾਰੀ ਚੀਜ਼ਾਂ, ਮੋਟਰ ਲਾਈ ਹੋਈ ਹੈ। ਤਾਂ ਇਹ ਕਹਿ ਸਕਦੇ ਹਾਂ ਕਿ ਇੱਕ ਵੱਡੀ, ਕਿਉਂਕਿ ਇਹ ਜਿਹੜੀ ਵਾਇਰ ਹੁਣ ਇਸ ਤਰ੍ਹਾਂ ਦੀ ਵਾਇਰ ਜਿਹੜੀ ਹੈ, ਇਹ ਦੇਖੋ, ਇਹ 3 1 2 ਤੇ ਪਿਛਲੀ ਵਾਲੀ ਜਿਹੜੀ ਟੁੱਟੀ ਹੈ, ਇਸ ਤਰ੍ਹਾਂ ਦੀ ਵਾਇਰ ਇਹ ਟੁੱਟੀ ਹੈ, ਇਹ ਵਾਲੀ ਟੁੱਟੀ ਤਾਂ ਜੇ ਥੋੜਾ ਸਮਝਾਉਣ ਦੀ ਕੋਸ਼ਿਸ਼ ਕਰਦੇ ਕਿ ਟੁੱਟਿਆ ਕੀ ਹੈ, ਕਿਸ ਤਰ੍ਹਾਂ ਗਿਰਿਆ ਝੂਲਾ, ਕਿਸ ਤਰ੍ਹਾਂ ਡਿੱਗਿਆ ਇਹ ਝੂਲਾ। ਇਹ ਜਿਹੜੀ ਵਾਇਰ ਹੈ, ਇਹ ਵਾਲੀ ਵਾਇਰ ਇੱਥੋਂ ਕਨੈਕਟ ਹੁੰਦੀ ਹੈ, ਇਹ ਕਨੈਕਟ ਜਿਹੜਾ ਹੈਗਾ ਉਹ ਟੁੱਟਿਆ ਹੈ, ਕਿਉਂਕਿ ਕੰਟੀਨਿਊ ਚੱਲ ਰਿਹਾ ਸੀਗਾ, ਜਿੱਦਾਂ ਅਸੀਂ ਪਹਿਲਾਂ ਜ਼ਿਕਰ ਕੀਤਾ ਗਗਨ ਕਿ ਕੰਟੀਨਿਊ ਇਹ ਝੂਲਾ ਚੱਲ ਰਿਹਾ ਸੀਗਾ, ਉਹ ਅਪ ਐਂਡ ਡਾਊਨ ਔਰ ਅਚਾਨਕ ਉਸ ਦਾ ਬਿਲਕੁਲ ਜਿਹੜੀ ਪਹਿਲੀ ਨਜ਼ਰ ਦੇ ਵਿੱਚ ਵਜ੍ਹਾ ਨਜ਼ਰ ਆਉਂਦੀ ਹੈ, ਉਹ ਵਜ੍ਹਾ ਸਿੱਧੇ ਤੌਰ ਤੇ ਇਹੀ ਹੈ ਕਿ ਤੁਸੀਂ ਕੰਟੀਨਿਊ ਆਪਰੇਟ ਕਰ ਰਹੇ ਹੋ ਕਿਸੇ ਮਸ਼ੀਨ ਨੂੰ ਔਰ ਉਸ ਨੂੰ ਵਿੱਚੇ ਰੋਕ ਕੇ ਉਸ ਨੂੰ ਚੈੱਕ ਨਹੀਂ ਕਰ ਰਹੇ ਕਿ ਉਸ ਦੇ ਪਾਰਟਸ ਠੀਕ ਤਰੀਕੇ ਕੰਮ ਕਰ ਰਹੇ ਨੇ ਜਾਂ ਨਹੀਂ, ਔਰ ਇਹੀ ਲਾਪਰਵਾਹੀ ਜਿਹੜੀ ਹੈਗੀ ਹੈ ਉਹ ਕਈ ਲੋਕਾਂ ਦੇ ਲਈ ਮੁਸ਼ਕਿਲ ਸਾਬਿਤ ਹੋਈ ਹੈ ਔਰ ਇਸ ਕਰਕੇ ਲੋਕ ਇਸ ਵੇਲੇ ਜੇਰੇ ਇਲਾਜ ਨੇ। ਮਨੋਜ, ਇੱਕ ਸਵਾਲ ਹੋਰ, ਪ੍ਰਸ਼ਾਸਨ ਦੀ ਇਜਾਜ਼ਤ ਤੋਂ ਬਿਨਾਂ ਅਜਿਹੇ ਮੇਲੇ ਲੱਗਦੇ ਨਹੀਂ, ਪ੍ਰਸ਼ਾਸਨ ਤੋਂ ਬਕਾਇਦਾ ਪਰਮਿਸ਼ਨ ਲਈ ਜਾਂਦੀ ਹੈ, ਪ੍ਰਸ਼ਾਸਨ ਕਈ ਥਾਂ ਤੇ ਖੁਦ ਵੀ ਇਨਵੋਲਵ ਹੁੰਦਾ, ਕਈ ਥਾਂ ਤੇ ਇਹ ਹੁੰਦਾ ਹੈ ਰੈੱਡ ਕ੍ਰਾਸ ਸੁਸਾਇਟੀ ਜਿਹੜੀ ਹੁੰਦੀ ਹੈ ਐਡਮਿਨਿਸਟ੍ਰੇਸ਼ਨ ਦੇ ਅੰਦਰ ਹੁੰਦੀ ਹੈ, ਉਹ ਵੀ ਇਸ ਤਰ੍ਹਾਂ ਦੇ ਮੇਲੇ ਜਿਹੜੇ ਹੈਗੇ ਪ੍ਰਬੰਧਿਤ ਕਰਦੀ ਹੈ। ਪ੍ਰਸ਼ਾਸਨ ਦੇ ਹੱਥ ਬੇਸ਼ੱਕ ਇੱਥੋਂ ਭੱਜ ਗਏ ਹੋਣਗੇ ਮੈਨੇਜਰਸ, ਪਰ ਪ੍ਰਸ਼ਾਸਨ ਦੇ ਹੱਥ ਇਨਫੋਰਮੇਸ਼ਨ ਤਾਂ ਸਾਰੀ ਇਸ ਵੇਲੇ ਹੋਏਗੀ ਕਿ ਕੌਣ ਮੈਨੇਜਰ ਸੀਗੇ, ਕਿਹੜੇ ਲੋਕ ਆਰਗੇਨਾਈਜ਼ਰ ਸੀਗੇ, ਕਿਹਨਾਂ ਨੇ ਝੂਲੇ ਲਵਾਏ, ਉਹਨਾਂ ਦੇ ਬਾਰੇ ਜਾਣਕਾਰੀ ਤਾਂ ਪ੍ਰਸ਼ਾਸਨ ਦੇ ਕੋਲ ਹੋਣੀ ਚਾਹੀਦੀ ਹੈ ਦਸਤਾਵੇਜ਼ੀ ਤੌਰ ਤੇ।
ਬਿਲਕੁਲ ਗਗਨ ਇਹ ਸਾਰੀ ਜਿਹੜੀ ਪਰਮਿਸ਼ਨ ਹੁੰਦੀ ਹੈ, ਜਿਹਦਾ ਤੁਸੀਂ ਵੀ ਜ਼ਿਕਰ ਕੀਤਾ ਕਿ ਪ੍ਰਸ਼ਾਸਨ ਕੋਲ, ਸਾਰੀ ਪ੍ਰਸ਼ਾਸਨ ਕੋਲ ਜਿਹੜੀ ਵੀ ਇਹ ਪਰਮਿਸ਼ਨ ਹੁੰਦੀ ਹੈ, ਇਹ ਗਰਾਊਂਡ ਦੀ ਜਿਹੜੀ ਪਰਮਿਸ਼ਨ ਹੁੰਦੀ ਹੈ ਐਡਮਿਨਿਸਟ੍ਰੇਸ਼ਨ ਦਾ ਗਰਾਊਂਡ ਹੈ। ਫੇਸ 7 ਦਾ ਇਹ ਗਰਾਊਂਡ ਹੈ, ਐਡਮਿਨਿਸਟ੍ਰੇਸ਼ਨ ਦਾ ਗਰਾਊਂਡ ਹੈ। ਪੂਰੀ ਪਰਮਿਸ਼ਨ ਦੀ ਜਿੰਨੀ ਵੀ ਫਾਰਮੈਲਿਟੀਜ਼ ਹੁੰਦੀ ਹੈ ਉਹ ਸਾਰੀ ਪ੍ਰਸ਼ਾਸਨ ਨੂੰ ਇੱਕ ਐਪਲੀਕੇਸ਼ਨ ਜਾਂਦੀ ਹੈ। ਇਹਨਾਂ ਦਾ ਪੂਰਾ ਬਕਾਇਦਾ ਜਿਹੜਾ ਵੀ ਇੱਥੇ ਦਾ ਆਰਗੇਨਾਈਜ਼ਰ ਹੈ ਉਹਦਾ ਪੂਰਾ ਬਾਇਓਡਾਟਾ ਲੱਗਦਾ ਹੈ, ਉਹਦੇ ਪੂਰੀ ਆਇਡੈਂਟੀਫਿਕੇਸ਼ਨ ਲੱਗਦੀ ਹੈ ਕਿ ਕੌਣ ਇਹ ਕਰਵਾ ਰਿਹਾ ਹੈ, ਕਿੰਨੇ ਝੂਲੇ ਲੱਗਣੇ ਹੈ, ਕਿਸ ਤਰ੍ਹਾਂ ਦੀ ਚੀਜ਼ਾਂ ਲੱਗਣੀਆਂ, ਹੋਰ ਕਿਹੜੇ ਸਟਾਲ ਲੱਗਣੇ, ਇਹ ਸਾਰੀ ਚੀਜ਼ਾਂ ਦਾ ਇੱਕ ਵੇਰਵਾ ਜਿਹੜਾ ਹੈ ਉਹ ਸਾਰਾ ਦਿੱਤਾ ਜਾਂਦਾ ਹੈ। ਪਰ ਲੇਕਿਨ ਕਾਰਨ ਦੇਖੋ, ਇਹ ਜਿਹੜੀ ਇਸ ਤਰ੍ਹਾਂ ਦੇ ਜਿਹੜੇ ਝੂਲੇ ਹੈ, ਇਹ ਜਿਹੜਾ ਹਾਦਸਾ ਹੋਇਆ ਇਹ ਕਾਫੀ ਜਿਹੜਾ ਹੈਗਾ ਕਹਿ ਸਕਦੇ ਹਾਂ ਕਿ ਕਾਫੀ ਸੈਂਸਿਟਿਵ। ਕਿਆ ਇਸ ਤਰ੍ਹਾਂ ਦੇ ਜਿਹੜੇ ਝੂਲੇ ਹੈ ਉਹਨਾਂ ਨੂੰ ਪਰਮਿਸ਼ਨ ਹੈਗੀ ਹੈ ਜਾਂ ਨਹੀਂ ਹੈਗੀ ਹੈ? ਕਿਉਂਕਿ ਇੱਕ ਬਹੁਤ ਵੱਡਾ ਹਾਦਸਾ ਹੈ। ਔਰ ਹਾਲਾਂਕਿ ਬੜੀ ਇਹ ਰਾਹਤ ਦੀ ਗੱਲ ਹੈ ਕਿ ਕਿਸੇ ਦੀ ਇਹਦੇ ਵਿੱਚ ਜਾਨ ਨਹੀਂ ਗਈ, ਲੇਕਿਨ ਜਿਹੜੀ ਲੇਡੀਜ਼ ਹੈ ਉਹਨਾਂ ਨੂੰ ਸਰਵਾਈਕਲ ਹੋਰ ਬੱਚੇ ਜਿਹੜੇ ਹੈਗੇ ਉਹਨਾਂ ਨੂੰ ਇਸ ਤਰ੍ਹਾਂ ਦਾ ਹੋ ਗਿਆ ਕਿ ਕਾਫੀ ਜਿਹੜੀ ਹੈਗੀ ਇੱਕਦਮ ਦਹਿਸ਼ਤ ਕਹਿ ਸਕਦੇ ਕਿ ਇੱਕਦਮ ਦਹਿਸ਼ਤ ਦਾ ਮਾਹੌਲ, ਕਿ ਕਿਸੇ ਨੂੰ ਹਾਰਟ ਅਟੈਕ ਵੀ, ਕਿਉਂਕਿ ਇੱਥੇ ਦਾ ਜਿਹੜਾ ਮਾਹੌਲ ਸੀਗਾ ਗਗਨ ਉਹ ਬੜਾ ਹੀ ਭਿਆਨਕ ਸੀ। ਜਿੱਦਾਂ ਤਸਵੀਰਾਂ ਵੀ ਤੁਸੀਂ ਵੇਖ ਰਹੇ ਹੋ, ਤਸਵੀਰਾਂ ਵੇਖ ਕੇ ਟਰੋਮਾ ਬੇਸਿਕਲੀ ਇਸ ਲਈ ਅਸੀਂ ਟਰਮ ਯੂਜ਼ ਕਰੀਏ। ਬਿਲਕੁਲ ਮਨੋਜ, ਟਰੋਮੈਟਿਕ ਸਿਚੁਏਸ਼ਨ ਜਿਹੜੀ ਸੀਗੀ ਔਰ ਉਹ ਟਰੋਮਾ ਜਿਹੜਾ ਹੈਗਾ, ਉਹ ਡਰ ਜਿਹੜਾ ਹੈਗਾ, ਜਿਹੜੇ ਬੱਚੇ ਇਸ ਝੂਲੇ ਤੇ ਹੋਣਗੇ ਉਹਨਾਂ ਦੇ ਜ਼ਿਹਨ ਚੋਂ ਡਰ ਕਦੇ ਨਿਕਲੇਗਾ ਨਹੀਂ ਨਿਕਲੇਗਾ, ਇਹ ਵੀ ਆਪਣੇ ਆਪ ਵਿੱਚ ਵੱਡਾ ਸਵਾਲ ਹੈ। ਕਿਉਂਕਿ ਅਜਿਹੇ ਹਾਦਸੇ ਜਦੋਂ ਹੁੰਦੇ ਨੇ ਔਰ ਬੱਚਿਆਂ ਦੇ ਜ਼ਿਹਨ ਤੇ ਜਿਹੜਾ ਇਸ ਦਾ ਅਸਰ ਪੈਂਦਾ, ਉਹ ਉਸ ਅਸਰ ਤੋਂ ਬਾਹਰ ਨਿਕਲਦੇ ਨੇ ਨਹੀਂ ਨਿਕਲਦੇ, ਉਹਨਾਂ ਦੇ ਲਈ ਬਹੁਤ ਲੌਂਗ ਟਰਮ ਜਿਹੜਾ ਹੈਗਾ ਇਹ ਤਜਰਬਾ ਜਿਹੜਾ ਹੈਗਾ, ਅਜਿਹਾ ਤਜਰਬਾ ਬਹੁਤ ਲੰਮੇ ਵਕਤ ਤੱਕ ਜਿਹੜਾ ਹੈਗਾ ਉਹਨਾਂ ਤੇ ਅਸਰ ਪਾ ਕੇ ਰੱਖਦਾ ਹੈ। ਬਹੁਤ ਬਹੁਤ ਸ਼ੁਕਰੀਆ ਮਨੋਜ ਇਸ तमाम ਜਾਣਕਾਰੀ ਦੇ ਲਈ। ਮਨੋਜ ਰਾਠੀ ਮੇਰੇ ਸਹਿਯੋਗੀ ਜਾਣਕਾਰੀ ਦੇ ਰਹੇ ਸਨ ਤੇ ਤਸਵੀਰਾਂ ਨਾਲ ਦਿਖਾ ਰਹੇ ਸਨ ਕਿ ਕਿਸ ਤਰੀਕੇ ਮੌਤ ਦੇ ਨਾਲ ਸਾਹਮਣਾ ਹੋਇਆ ਲੋਕਾਂ ਦਾ ਔਰ ਕਿਉਂ ਹੋਇਆ। ਇੱਕ ਕੇਬਲ ਟੁੱਟਦੀ ਹੈ ਔਰ ਉਸ ਤੋਂ ਬਾਅਦ ਇਹ ਸਿਚੁਏਸ਼ਨ, ਇਹ ਜਿਹੜਾ ਵੀਡੀਓ ਕਲਿੱਪ ਸਾਹਮਣੇ ਆਇਆ, ਘੁੰਮਦਾ ਹੋਇਆ ਝੂਲਾ ਥੱਲੇ ਆ ਰਿਹਾ ਸੀ ਔਰ ਇੱਕੋ ਦਮ ਥੱਲੇ ਆ ਕੇ ਡਿੱਗਦਾ ਹੈ ਔਰ ਉਸ ਤੇ ਬੈਠੇ ਹੋਏ ਲੋਕ ਜਿਹੜੇ ਸੀਗੇ ਉਹ ਡਿੱਗ ਪੈਂਦੇ ਨੇ, ਉਹਨਾਂ ਸੱਟਾਂ ਵੱਜਦੀਆਂ ਨੇ। ਇੰਨੀ ਉਚਾਈ ਤੋਂ ਤੁਸੀਂ ਥੱਲੇ ਡਿੱਗਦੇ ਹੋ ਤਾਂ ਸਿੱਧੇ ਤੌਰ ਤੇ ਫਿਰ ਝਟਕਾ ਤਾਂ ਲੱਗਦਾ ਹੀ ਹੈ ਔਰ ਉਸ ਝਟਕੇ ਦਾ ਅਸਰ ਜਿਹੜਾ ਹੈਗਾ ਪੂਰੇ ਸਰੀਰ ਤੇ ਪੈਂਦਾ ਹੈ, ਕਿਉਂਕਿ ਹਵਾ ਦੇ ਵਿੱਚ ਜਦੋਂ ਤੁਸੀਂ ਘੁੰਮ ਰਹੇ ਹੋ ਔਰ ਉਸ ਤੋਂ ਬਾਅਦ ਇੱਕੋਦਮ ਧਰਤੀ ਤੇ ਆ ਕੇ ਡਿੱਗਣਾ, ਇਹ ਆਪਣੇ ਆਪ ਵਿੱਚ ਜਿਹੜਾ ਹੈਗਾ ਔਰ ਇਸ ਕਰਕੇ ਲੋਕਾਂ ਨੂੰ ਸੱਟਾਂ ਵੱਜੀਆਂ ਨੇ। ਇਲਾਜ ਜਿਹੜਾ ਹੈਗਾ ਲੋਕਾਂ ਦਾ ਕੀਤਾ ਜਾ ਰਿਹਾ।